ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਆਪਣੇ ਦਰ ਘਰ ਦੀ ਹਾਜ਼ਰੀ ਪਾਤਸ਼ਾਹ ਜੀ ਨੇ ਬਖਸ਼ੀ ਹੈ। ਆਓ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਬਹੁਤ ਹੀ ਸਤਿਕਾਰਯੋਗ ਤ੍ਰਿਹਣ ਵੰਸ਼ ਦੇ ਵਿੱਚੋਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ 12ਵੀਂ ਪੀੜ੍ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਲੜੀ ਤਹਿਤ ਕੱਲ ਆਪਾਂ ਜੋ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰਸੰਗ 36ਵੇਂ ਘਰ ਦਾ ਕਿ ਗਰੀਬ ਨਵਾਜ ਪਾਤਸ਼ਾਹ ਜੀ ਸੰਗਲਾ ਦੀਪ ਤੋਂ ਚੱਲੇ ਨੇ। ਇੱਕ ਜਗ੍ਹਾ ਸਤਿਗੁਰੂ ਟਾਪੂ ਵਿੱਚ ਪਹੁੰਚੇ ਹੈ, ਜਿੱਥੋਂ ਦਾ ਸ਼ਹਿਰ ਦਾ ਰਾਜਾ ਸੀ ਸੁਦਰਸੈਨ। ਉੱਥੇ ਇੱਕ ਝੰਡੇ ਬਾਢੀ ਨਾਮ ਦਾ ਬਹੁਤ ਹੀ ਬੰਦਗੀ ਕਰਨ ਵਾਲਾ, ਬਾਢੀ ਗੁਰਮੁਖੋ ਤਰਖਾਣ ਨੂੰ ਕਹਿੰਦੇ ਹੈ। ਝੰਡਾ ਉਹਦਾ ਨਾਂ ਸੀ, ਤਰਖਾਣ ਪਰਿਵਾਰ ਵਿੱਚੋਂ ਸੀ, ਇਸ ਕਰਕੇ ਉਹਦਾ ਨਾਂ ਝੰਡਾ ਬਾਢੀ ਆਉਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਉੱਥੇ ਪਹੁੰਚੇ, ਪਰਮੇਸ਼ਰ ਦਾ ਬੰਦਗੀ ਕਰਦਾ ਹੈ ਤੇ ਇਹਦੇ ਨਾਲ ਰਾਜੇ ਇੰਦਰਸੈਨ ਦਾ ਭਾਣਜਾ, ਰਾਜੇ ਸੁਦਰਸੈਨ ਦਾ ਜਿਹੜਾ ਭਾਣਜਾ ਹੈ ਇੰਦਰਸੈਨ, ਇਹ ਦੋਵੇਂ ਜਾਣੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ। ਸਤਿਗੁਰੂ ਜੀ ਨਿਹਾਲ ਕਰਨ ਵਾਸਤੇ ਪਹੁੰਚੇ। ਭਾਈ ਮਰਦਾਨਾ ਕਹਿਣ ਲੱਗਿਆ ਜਦੋਂ ਬੈਠੇ ਨਗਰ ਤੋਂ ਬਾਹਰ, ਮਹਾਰਾਜ ਮੈਂ ਪ੍ਰਸ਼ਾਦਾ ਪਾਣੀ ਛਕਿਆ ਵਾਂ। ਮਹਾਰਾਜ ਕਹਿੰਦੇ ਕਿਹਦੇ ਘਰ ਜਾਵੇਂਗਾ? ਕਹਿੰਦਾ ਮਹਾਰਾਜ ਵੀ ਆਉਂ ਤਾਂ ਕੋਈ ਮੈਨੂੰ ਪਤਾ ਨਹੀਂ, ਜਾਣ ਪਛਾਣ ਤੇ ਹੁਣ ਆਪਣੀ ਕੋਈ ਹੈ ਨਹੀਂ ਇੱਥੇ। ਮਹਾਰਾਜ ਕਹਿੰਦੇ ਵੀ ਇੱਥੇ ਝੰਡਾ ਨਾਂ ਦਾ ਇੱਕ ਪੁਰਖ ਰਹਿੰਦਾ ਹੈ, ਉਹਦੇ ਘਰ ਚਲਿਆ ਜਾਈ ਤੇ ਉਹ ਸਾਡਾ ਮਿੱਤਰ ਹੈ, ਭਗਤ ਹੈ, ਪ੍ਰੇਮੀ ਹੈ। ਭਾਈ ਮਰਦਾਨਾ ਗਿਆ, ਜਿਸ ਵਿਅਕਤੀ ਤੋਂ ਪੁੱਛਿਆ ਉਹ ਕੁਦਰਤੀ ਇੰਦਰਸੈਨ ਮਿਲ ਗਿਆ। ਉਹ ਘਰ ਲੈ ਗਿਆ
ਸਾਰੀ ਗੱਲਬਾਤ ਹੋਈ। ਦੱਸਿਆ ਕੌਣ ਹੈ? ਮੇਰਾ ਨਾਮ ਮਰਦਾਨਾ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਮੈਨੂੰ ਭੇਜਿਆ ਵੀ ਝੰਡੇ ਦੇ ਘਰ ਚਲਿਆ ਜਾਈਂ। ਗੁਰੂ ਪਾਤਸ਼ਾਹ ਮਹਾਰਾਜ ਬਾਰੇ ਸੁਣ ਕੇ ਝੰਡੇ ਨੂੰ ਵੀ ਕਿ ਜਿਸ ਦੀ ਆਪਾਂ ਤਲਾਸ਼ ਕਰਦੇ, ਜਿਹਨੂੰ ਜਪਦੇ ਸੀ, ਉਹ ਨਿਹਾਲ ਕਰਨ ਲਈ ਆਇਆ। ਇਉਂ ਫਿਰ ਇੰਦਰਸੈਨ ਨੂੰ ਕਿਹਾ, ਜਾ ਰਾਜੇ ਦੇ ਬਾਗ ਵਿੱਚੋਂ ਸੋਹਣੇ ਫਲ ਲਿਆ, ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੈ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੇ ਐ। ਸਤਿਗੁਰੂ ਨੂੰ ਨਮਸਕਾਰ ਕੀਤੀ। ਮਰਦਾਨੇ ਨੇ ਪੁੱਛਣ ਤੇ ਨੇ ਦੱਸਿਆ ਵੀ ਜਿਹੜਾ ਤੈਨੂੰ ਮੇਰੇ ਘਰ ਲੈ ਕੇ ਆਇਆ ਉਹ ਇੱਥੋਂ ਦੇ ਰਾਜੇ ਦਾ ਭਾਣਜਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੱਗੇ ਬੇਨਤੀ ਕੀਤੀ, ਬਹੁਤ ਦਿਨਨ ਕੀ ਹਮ ਉਰ ਚਾਹੂ, ਹਰਹੁ ਦੁਐਤ ਸਭ ਉਰ ਤੇ ਦਾਹੂ, ਗਿਆਨਾਨੰਦ ਦਾਨ ਕੋ ਦੀਜੈ, ਹਮ ਪਰ ਗੁਰੂ ਕਿਰਪਾਲ ਪ੍ਰਸੀਜੈ। ਵੀ ਮਹਾਰਾਜ ਗਿਆਨਾਨੰਦ ਦੀ ਬਖਸ਼ਿਸ਼ ਕਰੋ। ਸੁਨ ਕਰ ਬਿਨੈ ਦੀਨ ਦੁਖ ਗੰਜਨ, ਬੋਲੇ ਹੇਤ ਭਗਤ ਪ੍ਰਭ ਭੰਜਨ, ਗਿਆਨਨੰਦ ਮਹਿ ਚਾਹੋ ਜੇ ਮਗਨਾ, ਨਿਜ ਸਰੂਪ ਕੀ ਲਿਵ ਕੇ ਲਗਨਾ। ਭਾਈ ਝੰਡਿਆ, ਜੇ ਗਿਆਨਾਨੰਦ ਵਿੱਚ ਮਗਨ ਹੋਣਾ ਚਾਹੁੰਦਾ ਹੈ ਨਾ, ਫਿਰ ਨਿਜ ਸਰੂਪ ਦੇ ਲਿਵ ਵਿੱਚ ਲੱਗ। ਤੋ ਫਿਰ ਇਹ ਦੱਸਿਆ ਹੈ ਮਹਾਰਾਜ ਉਹਨੂੰ ਗਿਆਨ ਬਖਸ਼ਿਸ਼ ਕਰ ਰਹੇ ਹੈ। ਆਓ ਅੱਗੇ ਲੜੀ ਤਹਿਤ ਕਥਾ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਉ ਪ੍ਰਿਥਮੈ ਗੁਰ ਦਛਣਾ ਦੀਜੈ। ਤਾਂ ਮਹਾਰਾਜ ਕਹਿੰਦੇ, ਭਾਈ ਫਿਰ ਜੇ ਤੂੰ ਗਿਆਨ ਲੈਣਾ ਤਾਂ ਪਹਿਲਾਂ ਗੁਰੂ ਦਛਣਾ ਦੇ, ਜੋ ਭੇਟਾ ਰੂਪ ਹੈ ਗੁਰੂ ਧਾਰਨ ਦੀ। ਪਹਿਲਾਂ ਗੁਰੂ ਦਛਣਾ ਸਾਡੇ ਅੱਗੇ ਰੱਖ। ਪਾਛੈ ਸਰਵਨ ਗਿਆਨ ਕੋ ਕੀਜੈ। ਪਿੱਛੋਂ ਭਾਈ ਤੂੰ ਗਿਆਨਾਨੰਦ ਗਿਆਨ ਨੂੰ ਸਰਵਣ ਕਰ ਲਈ। ਹੰਗਤਾ ਮਮਤਾ ਵੱਡੋ ਪਸਾਰੋ। ਹੰਗਤਾ ਤੇ ਮਮਤਾ ਕਹਿੰਦਾ ਮਹਾਰਾਜ ਕੀ ਭੇਟਾ? ਮਹਾਰਾਜ ਕਹਿੰਦੇ ਭਾਈ ਇੱਕ ਤਾਂ ਹੰਗਤਾ, ਹਉਮੈ ਮੈਂ ਮੇਰੀ, ਮਮਤਾ ਮੈਂ ਮੇਰੀ, ਹੰਗਤਾ ਮਮਤਾ, ਇਹ ਕਹਿੰਦੇ ਬਹੁਤ ਵੱਡਾ ਪਸਾਰਾ ਹੈ ਇਹਦਾ। ਇਸ ਨੂੰ ਯਹ ਦੋਨੋ ਹਮ ਕੋ ਦੇ ਡਾਰੋ। ਭਾਈ ਝੰਡਿਆ, ਇਹ ਤੁਸੀਂ ਦੋਵੇਂ ਜਾਣੇ, ਦੋਵੇਂ ਹੀ ਹੰਗਤਾ ਤੇ ਮਮਤਾ ਸਾਡੇ ਅੱਗੇ ਰੱਖ ਦੇਵੋ। ਕਹਿਣ ਲੱਗੇ ਤਨ ਮਨ ਧਨ ਧਾਮਾ। ਇਹ ਕਹਿਣ ਲੱਗੇ ਮਹਾਰਾਜ ਤਨ ਵੀ, ਮਨ ਵੀ, ਧਨ ਵੀ, ਘਰ ਵੀ, ਚਰਨ ਆਪ ਕੀ ਭੇਟ ਤਮਾਮਾ। ਅਸੀਂ ਸਭ ਕੁਝ ਮਹਾਰਾਜ ਤੁਹਾਡੇ ਚਰਨਾਂ 'ਚ ਭੇਟਾ ਕੀਤਾ। ਹਮ ਨਹਿ ਗ੍ਰਹਿਣ ਕਰੈ ਅਬ ਕੋ। ਹੁਣ ਅਸੀਂ ਇਹਨਾਂ ਨੂੰ ਕੋਈ ਵੀ ਗ੍ਰਹਿਣ ਨਹੀਂ ਕਰਾਂਗੇ, ਇਹਨਾਂ ਤੇ ਸਾਡਾ ਆਪਣਾਪਣ ਨਹੀਂ ਹੈ। ਹੰਗਤਾ ਮਮਤਾ ਭੇਟਾ ਦੋ। ਹੰਗਤਾ ਤੇ ਮਮਤਾ ਦੋਵੇਂ ਭੇਟਾ ਦੇ ਦਿੱਤੀਆਂ। ਜਬ ਧਨ ਤਨ ਮਨ ਦੀਨ ਚੜਾਈ। ਜਦੋਂ ਇਹਨਾਂ ਨੇ ਭਾਈ ਧਨ ਮਨ ਤਨ ਮਹਾਰਾਜ ਨੂੰ ਭੇਟਾ ਚੜਾ ਦਿੱਤਾ ਹੈ। ਕਮਲ ਨੈਣ ਤਬ ਗਿਰਾ ਅਲਾਈ। ਕਮਲ ਨੇਤਰਾਂ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਭਾਈ ਬਚਨ ਕਹੇ ਹਨ। ਇਨ ਤੇ ਪਰਾ ਆਤਮਾ ਜੋ। ਮਹਾਰਾਜ ਕਹਿੰਦੇ ਵੀ ਇਹ ਜਾਣ ਲਓ ਕਿ ਹੁਣ ਤਨ ਵੀ ਨਹੀਂ, ਮਨ ਵੀ, ਧਨ ਵੀ ਤੇ ਹੰਗਤਾ ਮਮਤਾ ਸਭ ਕੁਝ ਦੇਤੀ। ਜਦੋਂ ਤਨ ਕੋਈ ਵੀ ਨਹੀਂ, ਚਾਹੇ ਸਥੂਲ ਹੈ, ਸੂਖਮ ਹੈ, ਕਾਰਨ ਕੁਛ ਨਹੀਂ ਰਿਹਾ। ਇਹਨਾਂ ਤੋਂ ਜਿਹੜੇ ਪਰੇ ਆਤਮਾ ਹੈ, ਇਹਨਾਂ ਤੋਂ ਨਿਰਲੇਪ ਹੈ ਆਤਮਾ। ਇਹਦਾ ਆਪ ਜੀ ਨੇ ਕਈ ਵਾਰ ਸਰਵਣ ਕੀਤਾ ਨਾ। ਇਹ ਆਤਮਾ ਪ੍ਰਮਾਤਮਾ ਰੂਪ ਹੈ, ਉਹ ਨਾ ਜੰਮਣ ਮਰਨ ਵਿੱਚ ਹੈ। ਇਨ ਤੇ ਪਰਾ ਆਤਮਾ, ਇਹਨਾਂ ਤੋਂ ਜੋ ਪਰਾ ਹੈ, ਅਪਰ ਹੈ ਆਤਮਾ। ਨਿਜ ਸਰੂਪ ਲਖੀਐ ਤੁਮ ਸੋ। ਤੁਸੀਂ ਭਾਈ ਉਸ ਨੂੰ ਆਪਣਾ ਨਿਜ ਸਰੂਪ ਜਾਣੋ। ਨਾ ਤੇ ਆ ਸਥੂਲ ਸਰੀਰ ਆਪਣਾ ਨਿਜ ਹੈ, ਨਾ ਸੂਖਮ ਹੈ।
ਨਾ ਕਾਰਨ ਹੈ। ਇਹ ਅਸਲ ਵਿੱਚ ਆਪਾ ਨਹੀਂ ਹੈ। ਜਿਹੜਾ ਆਪਣੇ ਮਨ ਤੋਂ ਜੋਤ ਸਰੂਪ ਹੈ ਉਹ ਸਾਡਾ ਆਤਮਾ ਸਰੂਪ ਹੈ। ਉਹਨੂੰ ਆਪਣਾ ਨਿਜ ਸਰੂਪ ਜਾਣਾ, ਬ੍ਰਹਮ ਨੂੰ ਹੀ। ਇਸ ਪ੍ਰਕਾਰ ਕੀ ਸੁਣ ਕਰ ਬਾਣੀ। ਮਹਾਰਾਜ ਨੇ ਹੁਣ ਆਤਮਾ ਨਿਜ ਸਰੂਪ ਦੇ ਬਾਰੇ ਗਿਆਨ ਬਖਸ਼ਿਆ। ਇਸ ਤਰ੍ਹਾਂ ਦੀ ਬਾਣੀ ਬਚਨ ਸੁਣ ਕਰਕੇ ਕਰੀ ਵਿਚਾਰ ਜੋ ਅਤ ਸੁਖ ਦਾਨੀ। ਜੋ ਬਹੁਤ ਹੀ ਜ਼ਿਆਦੇ ਸੁੱਖਾਂ ਦੇ ਦਾਤੇ, ਸੁਖ ਦੇਣ ਵਾਲੀ ਐਸੀ ਵਿਚਾਰ ਕੀਤੀ। ਬੈਠੇ ਤਬ ਹੀ ਲੱਗੀ ਸਮਾਧਾ। ਤਾਂ ਉਹਨਾਂ ਬੈਠਿਆਂ ਦੀ ਹੋਈ ਹੁਣ ਸਮਾਧੀ ਲੱਗ ਗਈ। ਭਿਖਿਓ ਆਤਮਾ ਰੂਪ ਅਬਾਧਾ। ਤਾਂ ਉਹਨਾਂ ਨੇ ਆਪਣਾ ਆਤਮ ਸਰੂਪ ਅਬਾਧ, ਨਾਸ਼ ਤੋਂ ਰਹਿਤ ਦੇਖ ਲਿਆ ਵੀ ਜੋ ਆਤਮਾ ਹੈ ਉਹੀ ਨਾਸ਼ ਤੋਂ ਰਹਿਤ ਹੈ। ਇਸ ਵਿਦ ਦੇ ਤਿੰਨ ਕੋ ਉਪਦੇਸ਼ਾ। ਇਸ ਤਰ੍ਹਾਂ ਝੰਡੇ ਬਾਢੀ ਤੇ ਇੰਦਰ ਸੈਨ ਨੂੰ ਉਪਦੇਸ਼ ਦੇ ਕਰਕੇ ਬੋਲੇ ਬਹੁਰ ਬਚਨ ਜਗਤੇਸ਼ਾ। ਜਗਤ ਈਸ਼ਵਰ ਮਾਲਕ ਜੀ ਫਿਰ ਬਚਨ ਬੋਲੇ ਹਨ। ਅਬ ਇਹ ਕੀਜੈ ਖਾਨ ਆਹਾਰਾ। ਹੁਣ ਭਾਈ ਆ ਜਿਹੜਾ ਭੋਜਨ ਪਾਣੀ ਹੈ, ਭਾਈ ਬਾਲੇ ਇਸ ਨੂੰ ਛਕ ਲਓ। ਆਏ ਸਪਾ ਬਾਲੇ ਵਰਤਾਰਾ। ਹੁਕਮ ਪਾ ਕੇ ਭਾਈ ਬਾਲੇ ਨੇ ਵਰਤਾ ਦਿੱਤਾ ਹੈ। ਸ੍ਰੀ ਸਤਿਗੁਰ ਨਿਜ ਕਰ ਮਹਿਲੀਨੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਇੱਥੇ ਹੁਣ ਮੌਜ ਹੈ ਮਹਾਰਾਜ ਦੀ। ਉਹ ਭੋਜਨ ਥੋੜਾ ਜਿਹਾ ਆਪਣੇ ਹੱਥ ਤੇ ਲਿਆ ਹੈ। ਭਗਤ ਜਾਨ ਨਿਜ ਅਚਵਨ ਕੀਨੋ। ਦੇਖੋ ਅਤੀ ਬ੍ਰਹਮ ਬੰਦਗੀ ਵਾਲਿਆਂ ਦੇ ਹੱਥ ਦਾ ਬਣਿਆ ਸੀ ਤੇ ਮਹਾਰਾਜ ਨੇ ਆਪਣੇ ਭਗਤ ਜਾਣ ਕਰਕੇ ਜੋ ਹੈ ਖੁਦ ਛਕਣਾ ਕੀਤਾ ਹੈ। ਨੀਕੋ ਸੰਤ ਹੋਏ ਜਹ ਥਾਈ। ਮਹਾਰਾਜ ਹੁਣ ਇੱਥੇ ਸੰਤਰੇਣ ਜੀ ਦੱਸਦੇ ਨੇ ਭਾਈ, ਜਿੱਥੇ ਕੋਈ ਬਹੁਤ ਚੰਗਾ ਸੰਤ ਪੁਰਸ਼ ਹੁੰਦਾ ਸੀ ਤੇ ਠਾਂ ਪ੍ਰਭ ਜੀ ਭੋਜਨ ਪਾਹੀ। ਉਸ ਜਗ੍ਹਾ ਤੇ ਪਰਮੇਸ਼ਰ ਸਤਿਗੁਰੂ ਜੀ ਭੋਜਨ ਛਕ ਲੈਂਦੇ ਸਨ। ਨਾਤੁਰ ਪੌਣ ਆਹਾਰੀ ਰਹੀ। ਨਹੀਂ ਤਾਂ ਮਹਾਰਾਜ ਪੌਣ ਆਹਾਰੀ ਹੀ ਰਹਿੰਦੇ ਸਨ। ਜੋ ਕਿੰਕਰ ਕੇ ਕਲ ਮਲ ਦਹੀ। ਜਿਹੜੇ ਭਾਈ ਕਿੰਕਰ ਦਾਸ, ਕਲਮਲ ਕਹੀਏ ਪਾਪ, ਜਿਹੜੇ ਆਪਣੇ ਦਾਸਾਂ ਦੇ ਪਾਪਾਂ ਨੂੰ ਦਾਹਰਨ ਸਾੜਨ ਵਾਲੇ ਹਨ। ਅਚਵਿਉ ਅਰਧ ਅਸਨ ਗੁਰ ਜਬ ਹੀ। ਜਦੋਂ ਮਹਾਰਾਜ ਨੇ ਜਿੰਨਾ ਹੱਥ ਤੇ ਭੋਜਨ ਧਰਿਆ ਸੀ ਪ੍ਰਸ਼ਾਦਾ, ਉਦੋਂ ਅੱਧਾ ਛਕ ਲਿਆ। ਪੁਨ ਝੰਡੇ ਕੋ ਦੀਨੋ ਤਬ ਹੀ। ਫਿਰ ਮਹਾਰਾਜ ਨੇ ਭਾਈ ਝੰਡੇ ਨੂੰ ਬਾਕੀ ਸੀਤ ਪ੍ਰਸ਼ਾਦ ਦੇ ਦਿੱਤਾ ਹੈ। ਦੋਹਰਾ ਹਿਤ ਕਰ ਕੀਨੋ ਖਾਨ ਤਿਨ। ਖੁੱਲ ਗਏ ਬਿਕੁਟ ਕਪਾਟ। ਭਾਈ ਝੰਡੇ ਨੇ ਪ੍ਰੇਮ ਸਹਿਤ ਮਹਾਰਾਜ ਦਾ ਸੀਤ ਪ੍ਰਸ਼ਾਦ ਛਕਿਆ ਤੇ ਉਹਦੇ ਬਿਕਟ ਜਿਹੜੇ ਕਪਾੜ ਸਨ, ਬੰਦ ਦਰਵਾਜ਼ੇ ਸੁਰਤੀ ਦਸਮ ਦੁਆਰ ਦੇ, ਉਹ ਸਾਰੇ ਖੁੱਲ ਗਏ। ਭਰਮ ਮੋਹੇ ਕੋ ਨਸ਼ਟ ਕੀਏ। ਦਵੈਤਹਿ ਸੰਕੁਰ ਕਾਟ। ਭਰਮ ਤੇ ਮੋਹ ਨੂੰ ਨਸ਼ਟ ਕਰ ਦਿੱਤਾ ਗੁਰੂ ਪਾਤਸ਼ਾਹ ਨੇ ਤੇ ਉਹਨਾਂ ਦੀਆਂ ਜਿਹੜੀਆਂ ਦਵੈਤ ਦੀਆਂ ਸੰਕੁਰ ਸੰਗਲੀਆਂ ਸੀ ਉਹ ਵੀ ਕੱਟ ਦਿੱਤੀਆਂ ਹੈ। ਹੁਣ ਗਿਆਨ ਹੋ ਗਿਆ ਇਹ ਆਤਮਾ ਸਰੂਪ, ਨਿਜ ਸਰੂਪ ਹੀ ਆਤਮਾ ਹੀ ਪਰਮਾਤਮਾ ਸਰੂਪ ਹੈ। ਚੌਪਈ ਟਿਕ ਗਈ ਬ੍ਰਿਤ ਸਮਾਧ ਲਗਾਈ। ਬਿਰਤੀ ਟਿਕ ਗਈ, ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਈ, ਸਮਾਧੀ ਲੱਗ ਗਈ। ਭਇਓ ਬਦੇਹ ਨਾ ਸੁਧ ਤਨ ਕਾਈ। ਬਦੇਹ ਹੋ ਗਏ, ਦੇਹੀ ਤੋਂ ਉੱਪਰ ਉੱਠ ਗਏ, ਤਨ ਦੀ ਕੋਈ ਸੁਧ ਨਹੀਂ ਹੈ। ਦੋਨੋਂ ਬੈਠੇ ਹੋਏ ਅਡੋਲਾ। ਭਾਈ ਝੰਡਾ ਬਾਢੀ ਤੇ ਇੰਦਰ ਸੈਨ ਦੋਨੋਂ ਡੋਲ ਹੋਏ ਬੈਠੇ ਹਨ। ਸੁਖ ਆਤਮ ਕੋ ਪਾਏ ਅਮੁੱਲਾ। ਆਤਮਿਕ ਸੁਖ ਜੋ ਬਹੁਤ ਅਮੋਲਕ ਹੈ, ਉਸ ਦੀ ਪ੍ਰਾਪਤੀ ਹੋਈ। ਤੀਨ ਪਹਿਰ ਬੀਤੇ ਸੁਭਾਂਤੀ।
ਇਸ ਤਰ੍ਹਾਂ 3 ਪਹਿਰ ਬੀਤ ਗਏ। ਰਹਿ ਗਈ ਏਕ ਜਾਮ ਜਬ ਰਾਤੀ, ਇੱਕ ਪਹਿਰ ਰਾਤ ਰਹਿ ਗਈ ਹੈ। ਉੱਠ ਕਰ ਕੀਨੋ ਗੁਰ ਇਸ਼ਨਾਨਾ। ਉੱਠ ਕੇ ਫਿਰ ਗੁਰੂ ਪਾਤਸ਼ਾਹ ਨੇ ਇਸ਼ਨਾਨ ਕੀਤਾ ਹੈ। ਬਾਹਰੋਂ ਸ੍ਰੀ ਸੂਰਜ ਪ੍ਰਗਟਾਨਾ। ਫਿਰ ਭਾਈ ਸੁਭਾਏਮਾਨ ਸੂਰਜ ਚੜ ਗਿਆ ਹੈ। ਤਿਨਹਿ ਬੁਲਾਏ ਸਮਾਧ ਛੁਡਾਈ। ਮਹਾਰਾਜ ਨੇ ਫਿਰ ਉਹਨਾਂ ਨੂੰ ਵਾਜਾ ਦਿੱਤਾ, ਦੋਨਾਂ ਦੀ ਸਮਾਧੀ ਛੁਡਵਾਈ ਹੈ। ਦੇ ਪਾਹੁਲ ਪੁਨ ਗਿਰਾ ਅਲਾਈ। ਤੇ ਫਿਰ ਭਾਈ ਉਹਨਾਂ ਨੂੰ ਚਰਨ ਪਹੁਲ ਦੇ ਕੇ ਉਹ ਬਚਨ ਬਾਣੀ ਉਚਾਰਨ ਕੀਤੇ। ਹੇ ਝੰਡਾ ਅਬ ਤੁਮ ਚੱਲ ਜਾਵੋ। ਹੇ ਭਾਈ ਝੰਡਿਆ, ਹੁਣ ਤੂੰ ਆਪਣੇ ਨਗਰ ਸ਼ਹਿਰ ਵਿੱਚ ਚਲਿਆ ਜਾ। ਸਭੀ ਦੇਸ਼ ਸਿੱਖੀ ਪ੍ਰਗਟਾਵੋ। ਤੇ ਮਹਾਰਾਜ ਨੇ ਉੱਥੇ ਸਿੱਖੀ ਦਾ ਮੁੱਖ ਮਹੰਤ ਬਣਾ ਦਿੱਤਾ ਕਿ ਸਿੱਖੀ ਦਾ ਪ੍ਰਚਾਰ ਕਰਨਾ। ਮੰਜੀ ਬਖਸ਼ਤੀ। ਮਹਾਰਾਜ ਕਹਿੰਦੇ ਸਾਰੇ ਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰ। ਲੈ ਆਗਿਆ ਚਰਨਨ ਸਿਰ ਧਰ ਕੈ। ਇਉਂ ਮਹਾਰਾਜ ਤੋਂ ਆਗਿਆ ਲਈ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖਿਆ। ਗਮਨਿਓ ਸਤਿਗੁਰ ਉਸਤਤ ਕਰ ਕੈ। ਇਉਂ ਭਾਈ ਗੁਰੂ ਮਹਾਰਾਜ ਦੀ ਉਸਤਤੀ ਕਰਦਾ ਚਲਿਆ ਗਿਆ। ਇੰਦਰ ਸੈਨ ਗੁਰ ਕੇ ਪਰ ਪਾਉ। ਇਧਰ ਇੰਦਰ ਸੈਨ ਵੀ ਗੁਰੂ ਸਾਹਿਬ ਦੇ ਚਰਨੀ ਪਿਆ ਹੈ। ਬਿਨੈ ਭਨੈ ਹਉ ਮਤ ਲਿਆਉ। ਬੇਨਤੀ ਕੀਤੀ, ਕਹਿੰਦਾ ਮਹਾਰਾਜ ਮੈਂ ਆਪਣੇ ਮਾਮੇ ਇੱਥੋਂ ਦਾ ਰਾਜਾ ਹੈ ਸੁਦਰ ਸੈਨ, ਕਿਰਪਾ ਕਰੋ ਉਹਨੂੰ ਲੈ ਆਵਾਂ। ਦੋਹਰਾ ਲੈ ਰਜਾਏ ਨ੍ਰਿਪ ਟਹਿਗ ਗਇਓ। ਮਿਲ ਅਸਨ ਬਸਨ ਉਚਾਰ। ਤੇ ਮਹਾਰਾਜ ਦੇ ਤੋਂ ਆਗਿਆ ਲਈ ਹੈ ਇੰਦਰ ਸੈਨ ਨੇ। ਆਪਣੇ ਮਾਮੇ ਜੋ ਰਾਜੇ ਸੁਦਰ ਸੈਨ ਕੋਲ ਚਲਿਆ ਗਿਆ। ਮਿਲ ਅਸਨ ਬਚਨ ਉਚਾਰ। ਸੋਹਣੇ ਸੁੰਦਰ ਇਉਂ ਉਸ ਨਾਲ ਬਚਨ ਕੀਤੇ ਹਨ। ਸਰਨ ਗਹੋ ਚਲ ਸੰਤ ਕੀ, ਲੱਖ ਸਰੂਪ ਕਰਤਾਰ। ਕਿਹਾ ਵੀ ਹੈ ਮਾਮਾ, ਇੱਕ ਸੰਤ ਆਏ ਨੇ, ਚਲੋ ਉਹਨਾਂ ਦੀ ਸ਼ਰਨ ਤੱਕ ਲੋ, ਸ਼ਰਨ ਫੜ ਲੋ, ਚਰਨੀ ਲੱਗ ਜੋ। ਇਹ ਜਾਣ ਲੋ ਕਰਤਾਰ ਦਾ ਹੀ ਸਰੂਪ ਹਨ। ਚੌਪਈ ਊਨੇ ਭਰੇ ਭਰੇ ਕਰ ਊਨੇ। ਉਹ ਤੇ ਐਸੇ ਨੇ ਕਿ ਕੋਈ ਊਣਾ ਉਹਨਾਂ ਨੂੰ ਭਰ ਦਿੰਦੇ ਤੇ ਭਰਿਆਂ ਨੂੰ ਊਣੇ ਕਰਨ ਦੀ ਸਮਰੱਥਾ ਰੱਖਦਾ ਹੈ। ਉਜਰ ਬਸਾਏ ਬਸੇ ਕਰ ਸੂਨੇ। ਇੰਨੀ ਸਮਰੱਥਾ ਹੈ ਕਿ ਉਜੜਿਆਂ ਨੂੰ ਬਸਾ ਦੇਵੇ, ਬਸਿਆਂ ਨੂੰ ਸੁੰਨੇ ਕਰ ਦੇਵੇ, ਉਜਾੜ ਦੇਵੇ। ਲੱਗ ਤੇ ਵੱਡ ਤੇ ਲੱਗ ਛਿਨ ਮੈਂ। ਛੋਟੇ ਤੋਂ ਵੱਡਾ ਕਰ ਦੇਵੇ ਕਿਸੇ ਨੂੰ, ਬਹੁਤ ਮਹਾਨ ਬਣਾ ਦੇਵੇ, ਮਹਾਨ ਤੋਂ ਕਿਸੇ ਨੂੰ ਛਿਨ ਵਿੱਚ ਹੀ। ਜਿਵੇਂ ਬਾਣੀ ਚ ਬਚਨ ਆਉਂਦੇ ਆ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹਾ। ਇਉਂ ਛਿਨ ਮੈਂ ਰਾਉ ਰੰਕ ਕੋ ਕਰੀ, ਰਾਉ ਰੰਕ ਕਰ ਡਾਰੇ। ਰੀਤੇ ਭਰੇ ਭਰੇ ਸਖਨਾਵੈ, ਜਹਤਾ ਕੋ ਵਿਵਹਾਰੇ। ਕਿਤੇ ਐਸੇ ਬਚਨ ਪੜ੍ਹਦੇ ਹਾਂ ਪੰਡਤ ਤੇ ਪੁਰਖ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਭਗਤ ਕਬੀਰ ਸਾਹਿਬ ਜੀ ਨੇ ਬੇਅੰਤ ਬਚਨ ਗੁਰਬਾਣੀ ਵਿੱਚ ਆਉਂਦੇ ਨੇ। ਖਲ ਮੂਰਖ ਤੇ ਪੰਡਤ ਤੇ ਭਗਤ ਕਬੀਰ ਜੀ ਦਾ ਸ਼ਬਦ ਹੈ ਪੂਰਾ। ਖਲ ਮੂਰਖ ਤੇ ਪੰਡਤ ਕਰਵੋ ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਕਹਿ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਐਸਾ ਪਰਮੇਸ਼ਰ ਸਮਰੱਥ ਹੈ ਕਿ ਲਗ ਤੇ ਵੱਡ ਤੇ ਲਗ ਛਿਨ। ਮੈਂ ਛਿਨ ਵਿੱਚ ਹੀ ਕਰ ਦਿੰਦਾ ਹੈ। ਅਸ ਸਮਰੱਥ ਸਮਝ ਨਿਜ ਮਨ ਮੈਂ। ਇਹ ਮਾਮਾ ਸੁਦਰ ਸੈਨ, ਇੰਦਰ ਸੈਨ ਕਹਿੰਦਾ ਉਹਨਾਂ ਨੂੰ, ਐਸਾ ਮਨ ਵਿੱਚ ਸਮਰੱਥ ਜਾਣ ਲੈ। ਕਹਿ ਭੂਪਤ ਮੁਝ ਮਨ ਕੀ ਕਹਿਓ। ਰਾਜਾ ਸੁਦਰ ਸੈਨ ਕਹਿੰਦਾ ਵੀ ਭਾਣਜੇ ਤਾਂ ਤੂੰ ਮੇਰੇ ਮਨ ਦੀ ਮੈਨੂੰ ਕਹਿ ਦਿੱਤੀ। ਬਹੁ ਖੋਜੋ ਅਬ ਹੀ ਤੁਮ ਲਹਿਓ। ਮੈਂ ਵੀ ਬੜਾ ਭਾਲ ਕੀਤੀ, ਇਹੋ ਜਿਹਾ ਕੋਈ ਮੈਨੂੰ ਸਮਰੱਥ ਮਿਲ ਜੇ। ਇਹ ਹੁਣ ਤੂੰ ਹੀ ਦੱਸਿਆ ਹੈ।
ਜਿਨ ਕੀ ਮਹਿਮਾ ਤੁਮਹਿ ਉਚਾਰੀ। ਜਿਹਦੀ ਮਹਿਮਾ ਤੂੰ ਉਚਾਰਨ ਕੀਤੀ ਹੈ। ਦਰਸ਼ਨ ਕਰਨ ਅਭਿਲਾਖ ਹਮਾਰੀ। ਮੇਰੀ ਹੁਣ ਉਹਨਾਂ ਦੇ ਦਰਸ਼ਨ ਕਰਨ ਦੀ ਅਭਿਲਾਸ਼ਾ ਹੈ। ਇੰਦਰ ਸੈਨ ਕਹਿ ਭੇਟਾ ਲੀਜੈ। ਇੰਦਰ ਸੈਨ ਕਹਿਣ ਲੱਗਿਆ, ਮਾਮਾ ਸੁਦਰ ਸੈਨ ਭੇਟਾ ਲੈ ਲਾ, ਆਪਣਾ ਆਪ ਨਿਵਾਰਨ ਕੀਜੈ। ਤੇ ਨਾਲ ਇਹ ਆ ਵੀ ਆਪਣੇ ਆਪੇ ਨੂੰ ਨਿਵਾਰ ਦੇ, ਮੈਂ ਮੇਰੀ ਹੰਗਤਾ ਮਮਤਾ ਛੱਡ ਦੇ। ਸ਼ੁਭ ਫਲ ਮਧੁਰ ਭੇਟ ਧਾਰੇ ਆਗੇ। ਇਉਂ ਸੋਹਣੇ ਫਲ ਮਿੱਠੇ ਮਹਾਰਾਜ ਅੱਗੇ ਭੇਟਾ ਧਰ ਕੇ, ਕਰਹੁ ਡੰਡੌਤ ਚਰਨ ਜੁਗ ਲਾਗੇ। ਦੋਵੇਂ ਚਰਨੀ ਲੱਗ ਜਾ ਮਹਾਰਾਜ ਦੇ ਅੱਗੇ ਨਮਸਕਾਰ ਕਰ। ਮਾਨੀ ਸੀਖ ਸੁਸਾ ਕੇ ਸੁਤ ਕੀ। ਆਪਣੇ ਭੈਣ ਦੇ ਪੁੱਤਰ ਦੀ ਸਿੱਖਿਆ ਨੂੰ ਮੰਨਿਆ ਹੈ। ਲਖੀ ਹਿਰਦੈ ਭਾਖਤ ਮਮ ਹਿਤ ਕੀ। ਹਿਰਦੇ ਵਿੱਚ ਜਾਣਿਆ ਵੀ ਇਹਨੇ ਤੇ ਮੇਰੇ ਮਨ ਦੀ ਗੱਲ ਹੀ ਕਹੀ ਹੈ। ਸੁਠ ਭੇਟਾ ਲੈ ਕਰ ਸੋ ਆਵਾ। ਸੋਹਣੀ ਸੁੰਦਰ ਭੇਟਾ ਲੈ ਕੇ ਸੁਦਰ ਸੈਨ ਆਇਆ। ਇੰਦਰ ਸੈਨ ਜਹ ਸੰਗ ਸੁਹਾਵਾ। ਜਿਹਦੇ ਨਾਲ ਉਸ ਸਮੇਂ ਇੰਦਰ ਸੈਨ ਵੀ ਨਾਲ ਸੋਭ ਰਿਹਾ ਹੈ। ਦੋਹਰਾ ਪੱਗ ਨੰਗੇ ਮਨ ਦੀਨ ਹੋਇ, ਪ੍ਰੇਮ ਸੰਗ ਤਹਿ ਆਨ। ਨੰਗੇ ਪੈਰੀ ਮਨ ਵਿੱਚ ਦੀਨ ਨਿਮਾਣਾ ਹੋ ਕਰਕੇ ਪ੍ਰੇਮ ਦੇ ਨਾਲ ਸੁਦਰ ਸੈਨ ਰਾਜਾ ਪਹੁੰਚਿਆ ਹੈ। ਘਰ ਬੰਦੇ ਬੰਧਨ ਕਰੀ, ਧਰ ਪਰ ਦੰਡ ਸਮਾਨ। ਇਉਂ ਮਹਾਰਾਜ ਨੂੰ ਕਰ ਬੰਦੇ ਹੱਥ ਜੋੜ ਕੇ ਬੰਦਨਾ ਕੀਤੀ, ਧਰਤੀ ਤੇ ਡੰਡੇ ਵੱਤ ਲੰਮਾ ਪੈ ਕਰਕੇ। ਚੌਪਈ ਕਰ ਅਸ਼ਟਾਂਗ ਚਰਨ ਅਨੁਰਾਗਾ। ਇਉਂ ਭਾਈ ਅਸ਼ਟ ਅੰਗ ਜਿਹੜੇ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਪ੍ਰੇਮ ਨਾਲ ਮੱਥਾ ਟੇਕਿਆ। ਭਰਿਓ ਰਹਿਓ ਨਹਿ ਉਠ ਵੱਡ ਭਾਗਾ। ਮਹਾਰਾਜ ਦੇ ਚਰਨਾਂ ਤੇ ਪਿਆ ਰਿਹਾ, ਵੱਡੇ ਭਾਗਾਂ ਵਾਲਾ, ਸਿਰ ਨਹੀਂ ਚੁੱਕਿਆ, ਉੱਠਿਆ ਨਹੀਂ। ਪਿਖਾ ਗੁਰ ਦਈ ਕੰਡ ਪਰ ਥਾਪੀ। ਮਹਾਰਾਜ ਨੇ ਵੇਖਿਆ ਤੇ ਉਹਦੇ ਮੋਢੇ ਤੇ ਸਤਿਗੁਰਾਂ ਨੇ ਥਾਪੀ ਦਿੱਤੀ ਹੈ। ਉਠੋ ਭੂਪ ਅਤ ਭਾ ਪ੍ਰਤਾਪੀ। ਵੀ ਇਹ ਬਹੁਤ ਵੱਡੇ ਪ੍ਰਤਾਪੀ ਰਾਜੇ, ਉਠ ਭਾਈ। ਨਿਰਪਤ ਸਤਾਰ ਹੈ ਤੋਹੇ ਸਮੀਪਾ। ਨਿਰਪਤ ਸਤਾਰ ਹੈ ਤੋਹੇ। ਮਹਾਰਾਜ ਕਹਿੰਦੇ ਤੂੰ ਬੜਾ ਵੱਡਾ ਪ੍ਰਤਾਪੀ ਹੋਵੇਂਗਾ ਜਾਂ 17 ਰਾਜੇ ਤੇਰੇ ਸਮੀਪਾ ਤੇਰੇ ਅਧੀਨ ਹੋਣਗੇ। ਸਭ ਕੋ ਭਇਓ ਤੋਹੀ ਅਵਨੀਪਾ। ਆਲੇ ਦੁਆਲੇ ਗੁਰਮੁਖੋ ਛੋਟੇ ਛੋਟੇ 17 ਸ਼ਹਿਰਾਂ ਦੇ ਰਾਜੇ ਵਸਦੇ ਸੀ। ਮਹਾਰਾਜ ਕਹਿੰਦੇ ਜਿੰਨੇ ਨੇੜੇ ਨੇੜੇ 17 ਰਾਜੇ ਆ ਨਾ, ਸਾਰਿਆਂ ਦਾ ਤੂੰ ਹੀ ਵੱਡਾ ਰਾਜਾ ਬਣ ਗਿਆ ਹੈ। ਆਨ ਕਰਹਿ ਤਬ ਪਦ ਪਰ ਬੰਦਨ। ਹੇ ਸੁਦਰ ਸੈਨ, ਤੂੰ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਹੈ, ਜਾਂ ਸਾਰੇ ਰਾਜੇ ਤੇਰੇ ਆ ਕੇ ਚਰਨਾਂ ਤੇ ਬੰਦਨਾ ਕਰਿਆ ਕਰਨਗੇ। ਮਮਤਾ ਕਰੈ ਸੋ ਹੋਏ ਨਿਕੰਦਨ। ਇਉਂ ਪ੍ਰੇਮ ਕਰਨਗੇ, ਹੋਏ ਸੋ ਹੋਏ ਨਿਕੰਦਨ। ਜਾਂ ਉਹ ਦੂਜਾ ਭਾਵ ਹੈ ਵੀ ਜਿਹੜਾ ਕੋਈ ਮੋਹ ਮਮਤਾ ਕਰੇਗਾ ਉਹ ਨਿਕੰਦਨ ਕੱਟਿਆ ਜਾਊ, ਨਾਸ਼ ਹੋਵੇਗਾ। ਜਾਂ ਮਮਤਾ ਕਰੈ ਸੋ ਹੋਏ, ਜਿਹੜੀ ਮੋਹ ਮਮਤਾ ਇਹਨਾਂ ਨੂੰ ਨਾਸ਼ ਕਰ ਦੇ। ਦੋਹਰਾ ਬਿਨੈ ਕਰੀ ਘਰ ਬੰਦ ਕੇ ਲੈ ਚੱਲਾ ਨਿਜ ਧਾਮ। ਹੱਥ ਜੋੜ ਕੇ ਬੇਨਤੀ ਕੀਤੀ ਤੇ ਮਹਾਰਾਜ ਨੂੰ ਫਿਰ ਆਪਣੇ ਘਰ ਮਹਿਲਾਂ ਵਿੱਚ ਲੈ ਕੇ ਗਿਆ ਹੈ। ਏਕ ਮਾਸ ਤਹਿ ਠਾਂ ਰਹੇ ਪੂਰਨ ਕਿੰਕਰ ਕਾਮ। ਇੱਕ ਮਹੀਨਾ ਗੁਰੂ ਪਾਤਸ਼ਾਹ ਜੀ ਫਿਰ ਰਾਜੇ ਸੁਦਰ ਸੈਨ ਦੇ ਮਹਿਲਾਂ 'ਚ ਰਹੇ। ਪੂਰਨ ਕਿੰਕਰ ਕਾਮ, ਕਿੰਕਰ ਦਾਸ, ਆਪਣਿਆਂ ਦਾਸਾਂ ਦੇ ਕਾਰਜਾਂ ਨੂੰ ਪੂਰੇ ਕਰਨ ਵਾਲੇ, ਕਾਮਨਾਵਾਂ ਪੂਰੀਆਂ ਕਰਨ ਵਾਲੇ। ਚੌਪਈ ਇੰਦਰ ਸੈਨ ਸੋ ਭਨ ਮਰਦਾਨੇ। ਇੰਦਰ ਸੈਨ ਸੋ ਭਨ ਮਰਦਾਨੋ। ਇੰਦਰ ਸੈਨ
ਨੂੰ ਕਹਿਣ ਲੱਗਿਆ ਭਾਈ ਮਰਦਾਨਾ, ਨਰਿਪੂ 17 ਨਾਮ ਬਖਾਨੋ। ਵੀ ਜੋ ਮਹਾਰਾਜ ਨੇ 17 ਰਾਜੇ ਕਹੇ ਐ, ਕਿਉਂ ਕਰ ਉਹਨਾਂ ਦੇ ਨਾਮ ਦੱਸ। ਇੰਦਰ ਸੈਨ ਕਹਿ ਸੁਨਿਓ ਨਾਮ। ਇੰਦਰ ਸੈਨ ਕਹਿਣ ਲੱਗਿਆ ਉਹਨਾਂ ਦੇ ਨਾਮ ਸੁਣ ਲੋ। ਕਮਲ ਨੈਣ ਇੱਕ ਨ੍ਰਿਪ ਅਬਰਾਮ। ਇੱਕ ਤੇ ਕਹਿੰਦੇ ਇੱਥੇ ਆਲੇ ਦੁਆਲੇ ਜਿੰਨੇ ਰਾਜਾ ਉਹਨਾਂ ਵਿੱਚ ਇੱਕ ਕਮਲ ਨੈਣ ਨਾਮ ਦਾ ਬਹੁਤ ਸਿਆਣਾ ਪ੍ਰੇਮ ਵਾਲਾ ਰਾਜਾ ਹੈ। ਮਦਰ ਬੈਨ ਸੁਖ ਚੈਨ ਹੈ ਜਾਨੋ। ਇੱਕ ਭਾਈ ਮਦਰ ਬੈਨ ਹੈ, ਉਹਨੂੰ ਜਿਹੜਾ ਸੁਖ ਚੈਨ ਸੁੱਖਾਂ ਵਾਲਾ ਇਹ ਤੂੰ ਜਾਣ ਲੈ। ਅਸਨਾਹਾ ਸਗਰ ਸੈਨ ਪਛਾਨੋ। ਇੱਕ ਹੋਰ ਹੈ ਪ੍ਰੇਮ ਵਾਲਾ, ਉਹਦਾ ਨਾਂ ਸਗਰ ਸੈਨ ਹੈ, ਇਹ ਪਛਾਣ ਲੈ। ਵੀਰ ਬੈਨ ਪੁਨ ਕਾਲ ਸੁਨੈਨ। ਇੱਕ ਹੈ ਵੀਰ ਬੈਨ ਰਾਜਾ, ਇੱਕ ਹੈ ਕਾਲ ਨੈਨ। ਸੁਖ ਸਾਗਰ ਪੁਨ ਰਾਏ ਸੁਮੈਨ। ਇੱਕ ਹੈ ਭਾਈ ਸੁਖ ਸਾਗਰ ਸੈਨ, ਇੱਕ ਹੈ ਰਾਏ ਮੈਨ। ਇਹੋ ਜਿਹੇ ਰਾਜੇ ਹਨ। ਪਰਸੁਰਾਮ ਔ ਅਟਕਾ ਘਟਕਾ। ਇੱਕ ਰਾਜਾ ਪਰਸੁਰਾਮ ਹੈ, ਇੱਕ ਰਾਜਾ ਅਟਕਾ ਹੈ, ਇੱਕ ਘਟਕਾ ਹੈ। ਸੁਧ ਸੰਭਾਲ ਵਿਵੇਕ ਬਲ ਰਟਕਾ। ਇੱਕ ਰਾਜਾ ਸੁਧ ਸੰਭਾਲ ਹੈ, ਵਿਵੇਕ ਬਲ। ਇਹੋ ਜਿਹੇ ਰਾਜੇ ਹਨ। ਨੈਣ ਜੋਤ ਪੁਨ ਬਲ ਸਿੰਗਾਰਾ। ਇੱਕ ਨੈਣ ਜੋਤ ਨੈਣ ਜਾਂ ਨੈਣ ਜੋਤ ਰਾਜਾ ਹੈ, ਇੱਕ ਬਲ ਸ਼ਿੰਗਾਰ ਰਾਜਾ ਹੈ। ਰਕਤ ਰੰਗ ਨਗਰ ਰਾਏ ਚਾਰਾ। ਇੱਕ ਰਕਤ ਰੰਗ ਪ੍ਰੇਮ, ਤੇ ਇੱਕ ਜਾਂ ਰਕਤ ਲਾਲ ਨੂੰ ਕਹਿੰਦੇ ਆ ਰੰਗ ਪ੍ਰੇਮ। ਇੱਕ ਲਾਲ ਸੈਨ ਪ੍ਰੇਮ ਸੈਨ। ਇਹੋ ਜਿਹੇ ਨਗਰ ਰਾਏ ਚਾਰਾ ਸੁੰਦਰ ਨੂੰ ਕਹਿੰਦੇ ਆ ਸੁੰਦਰ ਰਾਏ ਹੈ। ਸੁੰਦਰ ਸੈਨ ਵੀ ਹੈ, ਉਹਦਾ ਨਾਂ ਆਉਂਦਾ। ਕੌਲ ਨੈਣ ਸਭ ਕਾ ਸਿਰ ਮੌਰ। ਤੇ ਇਉਂ ਜਿਹੜਾ ਕੌਲ ਨੈਣ ਹੈ, ਇਹ ਜਾਣੋ ਇਹਨਾਂ ਵਿੱਚ ਸਾਰਿਆਂ ਤੋਂ ਮੁਖੀ ਹੈ, ਸਿਰਮੌਰ ਹੈ। ਮਾਤੁਲ ਕੀਨੋ ਗੁਰ ਤਿਸ ਠੌਰ। ਇਉਂ ਭਾਈ ਮਾਤੁਲ ਜਿਹੜਾ ਮਾਮਾ ਹੈ, ਗੁਰੂ ਪਾਤਸ਼ਾਹ ਮਹਾਰਾਜ ਨੇ ਮਾਤੁਲ ਕਹਿੰਦਾ ਮਾਮੇ ਦੇ ਅਧੀਨ ਸਾਰੇ ਕਰ ਦਿੱਤੇ ਹਨ। ਸੁਨ ਮਰਦਾਨਾ ਭਇਓ ਪ੍ਰਸੰਨ। ਇਹ ਸੁਣ ਕੇ ਭਾਈ ਮਰਦਾਨਾ ਖੁਸ਼ ਹੋਇਆ ਹੈ। ਕਹਿਣ ਲੱਗਿਓ ਸਤਿਗੁਰ ਹੈ ਧੰਨ। ਕਹਿੰਦਾ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਹਨ। ਸ੍ਰੀ ਗੁਰ ਭਨੈ ਨਰੇਸ਼ ਸੁਨੀਜੈ। ਫਿਰ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਵੀ ਰਾਜਾ ਸੁਦਰਸੈਨ ਸਾਡਾ ਇੱਕ ਬਚਨ ਸੁਣ ਲੈ। ਝੰਡੇ ਕੀ ਸਮਤਾ ਨਹਿ ਕੀਜੈ। ਜਿਹੜਾ ਝੰਡਾ ਵਾਢੀ ਹੈ ਉਹਨੂੰ ਐਵੇਂ ਨਾ ਜਾਣੀ ਕੋਈ ਉਤਰਖਾਣਾ ਦਾ ਲੜਕਾ ਹੈ। ਭਾਈ ਝੰਡੇ ਦੀ ਸੁਦਰਸੈਨ ਰਾਜੇ ਤੇ ਬਰਾਬਰੀ ਨਹੀਂ ਕਰਨੀ ਹੈ। ਜੇ ਕਰ ਆਪਨ ਭਲਾ ਤੁਮ ਚਹੀ। ਤੈਨੂੰ ਬਣਾਤਾ ਮੁਖੀ 17 ਰਾਜਿਆਂ ਦਾ, ਕਿਰਪਾ ਤੇਰੇ ਤੇ ਕਰਤੀ ਪ੍ਰਤਾਪ ਵਧੂ। ਪਰ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਸਦਾ ਨਮੋ ਤਹਿ ਆਗੈ ਰਹੀ, ਤਾਂ ਫਿਰ ਤੂੰ ਉਹਦੇ ਅੱਗੇ ਸਦਾ ਹੀ ਨਿਮ ਕੇ ਰਹਿਣਾ ਹੈ। ਸਰਬ ਦੇਸ਼ ਸਿੱਖੀ ਪ੍ਰਗਟਾਏ। ਸਾਰੇ ਦੇਸ਼ ਵਿੱਚ ਭਾਈਓ ਸਿੱਖੀ ਪ੍ਰਗਟ ਕਰਕੇ ਝੰਡੇ ਅਗਰਜ ਦੇ ਨਿਭਾਏ। ਸਾਰਿਆਂ ਨੂੰ ਗੁਰੂ ਸਾਹਿਬ ਨੇ ਝੰਡੇ ਦੇ ਅੱਗੇ ਨਿਭਾ ਦਿੱਤਾ, ਭਾਵ ਭਾਈ ਝੰਡੇ ਦੇ ਚਰਨੀ ਲਾ ਦਿੱਤੇ। ਸਿਮਰਨ ਨਾਮ ਦਾਨ ਇਸ਼ਨਾਨਾ। ਜੋ ਸਿਮਰਨ ਨਾਮ ਦਾਨ ਇਸ਼ਨਾਨ ਕਰਹਿ ਮਨਜ ਨਿਜ ਭਲਾ ਪਛਾਨਾ। ਸਾਰੇ ਲੋਕ ਕਰਨ ਲੱਗੇ ਆਪਣਾ ਭਲਾ ਜਾਣਿਆ ਦੇ ਵਿੱਚ। ਬਾਹਰ ਚੱਲਣ ਕੀ ਬਾਤ ਚਲਾਈ। ਫਿਰ ਮਹਾਰਾਜ ਨੇ ਇੱਥੋਂ ਹੁਣ ਚੱਲਣ ਦੀ ਗੱਲ ਕੀਤੀ। ਸੁਨਤ ਨ੍ਰਿਪਤ ਨੇ ਗਿਰਾ ਅਲਾਈ। ਇਹ ਸੁਣ ਕੇ ਰਾਜੇ ਸੁਦਰਸੈਨ ਨੇ ਬੇਨਤੀ ਕੀਤੀ। ਗਜ ਬਾਜੀ ਸਭ ਰਾਜ ਸਮਾਜਾ। ਤੇ ਇਉਂ ਗਜ ਹਾਥੀ ਨੂੰ ਕਹਿੰਦੇ, ਬਾਜੀ ਬਾਜ ਘੋੜੇ ਨੂੰ ਕਹਿੰਦਾ। ਮਹਾਰਾਜਾ ਹਾਥੀ ਘੋੜੇ ਜਿੰਨੇ ਵੀ ਹੈ
ਇਹ ਸਾਰਾ ਰਾਜ ਸਮਾਜ ਨਿਜ ਕਰ ਝੰਡੇ ਕੋ ਦੇਹੋ ਆਜਾ। ਮਹਾਰਾਜ ਇਉਂ ਕਰੋ, ਆਪਣੇ ਹੱਥੀਂ ਹੋਈ ਤੁਸੀਂ ਕਿਰਪਾ ਕਰਕੇ ਭਾਈ ਝੰਡੇ ਨੂੰ ਅੱਜ ਦੇ ਦਿਓ। ਮੋਹ ਕੋ ਲੇਹੋ ਆਪਣੇ ਸਾਥਾ, ਮੈਨੂੰ ਮਹਾਰਾਜ ਤੁਸੀਂ ਆਪਣੇ ਨਾਲ ਲੈ ਚੱਲੋ। ਰਹਿ ਨਾ ਸਕੋ ਤੁਮ ਬਿਨ ਜਗਨਾਥਾ। ਹੇ ਜਗਤ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀਓ, ਮੈਂ ਤੁਹਾਡੇ ਬਿਨਾਂ ਰਹਿ ਨਹੀਂ ਸਕਦਾ ਹਾਂ। ਮੀਨ ਨੀਰ ਸੀ ਗਤ ਪਰ ਸੰਗਾ। ਮੇਰਾ ਤਾਂ ਹੁਣ ਇਹ ਹੋ ਗਿਆ ਜਿਵੇਂ ਮੱਛੀ ਤੇ ਪਾਣੀ ਦਾ ਹੋ ਜਾਂਦਾ ਸੰਬੰਧ ਹੈ। ਮੱਛੀ ਪਾਣੀ ਬਿਨਾਂ ਰਹਿ ਨਹੀਂ ਸਕਦੀ, ਉਹ ਪ੍ਰਸੰਗ, ਉਹ ਹਾਲਤ ਹੈ। ਅਸ ਕਹਿਤਿਓ ਔਰ ਪ੍ਰੇਮ ਮੰਗਾ। ਇਸ ਤਰ੍ਹਾਂ ਕਹਿੰਦੇ ਆ ਹਿਰਦੇ ਚੋਂ ਪ੍ਰੇਮ ਦਾ ਉਛਾਲਾ ਹੋਇਆ। ਪੁਲ ਕਾਬਲ ਤਨ ਗਦ ਗਦ ਬਾਨੀ। ਸਰੀਰ ਦੇ ਰੋਮ ਪੁਲਕਾਬਲੀ ਖੜੀ ਹੋ ਗਈ। ਬਾਣੀ ਗਦ ਗਦ ਭਾਵ ਜਿਵੇਂ ਕੰਠ ਜਾਂ ਰੁਕ ਜਾਣਾ ਪ੍ਰੇਮ ਵਿੱਚ। ਤਹਿ ਛਿਨ ਨ੍ਰਿਪ ਕੀ ਗਤ ਬਿਕਲਾਨੀ। ਉਸ ਸਮੇਂ ਰਾਜੇ ਦੀ ਹਾਲਤ ਵਿਆਕੁਲ ਜੀ ਹੋ ਗਈ। ਦੇਖ ਪ੍ਰੀਤ ਅਸ ਉਰ ਕੀ ਸਾਚੀ। ਇਸ ਤਰ੍ਹਾਂ ਦੀ ਉਹਦੀ ਹਿਰਦੇ ਦੀ ਸੱਚੀ ਪ੍ਰੀਤ ਦੇਖ ਕਰਕੇ ਸ੍ਰੀ ਨਾਨਕ ਜੀ ਗਿਰਾਉ ਬਾਚੀ। ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਾਣੀ ਉਪਦੇਸ਼ ਉਚਾਰਿਆ। ਧਰੋ ਧਿਆਨ ਨਿਤ ਉਰ ਅਵਨੀਪਾ। ਰਾਜਾ ਮੈਂ ਕਿਤੇ ਨਹੀਂ ਜਾਂਦਾ, ਤੂੰ ਆਪਣੇ ਹਿਰਦੇ ਵਿੱਚ ਹਮੇਸ਼ਾ ਤਦੋਂ ਵੀ ਧਿਆਨ ਧਰ। ਮੈਂ ਹਾਂ ਤੁਮਰੇ ਸਦਾ ਸਮੀਪਾ। ਤੇ ਮੈਨੂੰ ਤੂੰ ਆਪਣੇ ਹਮੇਸ਼ਾ ਨੇੜੇ ਹੀ ਦੇਖੇਂਗਾ, ਆ ਨਾਲ ਦੇਖੇਂਗਾ। ਤੂੰ ਹਿਰਦੇ ਤੋਂ ਧਿਆਨ ਧਰ ਲਈ। ਸੋਚ ਸੋ ਪੰਚਾਮ੍ਰਿਤ ਕਰਵਾਵੋ। ਕਿਵੇਂ ਮਰਜ਼ਾਦਾ ਹੈ, ਮਹਾਰਾਜ ਕਹਿੰਦੇ ਸੁੱਚ ਦੇ ਨਾਲ ਕੜਾਹ ਪ੍ਰਸ਼ਾਦ ਤਿਆਰ ਕਰਵਾਉਣਾ। ਪੰਜ ਪੈਸੇ ਅਰਦਾਸ ਅਲਾਵੋ। ਤੇ 5 ਪੈਸੇ ਰੱਖ ਕਰਕੇ ਅਰਦਾਸ ਕਰਾਉਣੀ ਹੈ, ਕਰਨੀ ਹੈ, ਬੇਨਤੀ ਕਰਨੀ ਹੈ। ਭੇਟਾ ਰੱਖ ਕੇ ਦੋਹਰਾ ਹਾਜ਼ਰ ਹੋਵੋ ਆਨ ਤਬ। ਕਰੋ ਕਾਮਨਾ ਪੂਰਾ। ਇਉਂ ਕੋਈ ਵੀ ਮਹਾਰਾਜ ਕਹਿੰਦੇ ਗੁਰਮੁਖੋ ਪ੍ਰਤੱਖ ਹੈ, ਕੋਈ ਦੁੱਖ ਸੁੱਖ ਹੈ ਨਾ, ਤੇ ਗੁਰੂ ਸਾਹਿਬ ਦੇ ਚਰਨਾਂ 'ਚ ਕੜਾਹ ਪ੍ਰਸ਼ਾਦ ਕਰਵਾ ਕੇ ਉਸ ਤਰ੍ਹਾਂ ਬੇਨਤੀ ਕਰਵਾਓ। ਮਹਾਰਾਜ ਬੜੀ ਕਿਰਪਾ ਕਰਦੇ ਆ। ਇਹ ਜੇ ਕੋਈ ਹੁਣ ਇਹ ਤਾਂ ਇੱਥੇ ਪ੍ਰਤੱਖ ਕਿੰਨੇ ਹੀ ਆਪਣੇ ਨਗਰ 'ਚ ਕਿੰਨੇ ਪਰਿਵਾਰਾਂ ਦਾ ਐਸਾ ਪ੍ਰਤੱਖ ਹੀ ਹੈ। ਇਹ ਕੋਈ ਅੱਤ ਕਥਨੀ ਵਾਲੀ ਗੱਲ ਨਹੀਂ ਹੈ। ਸੈਂਕੜੇ ਇਹੋ ਜਿਹੀਆਂ ਮਿਸਾਲਾਂ ਨੇ। ਕੋਈ ਵੀ ਕਾਰਜ ਐਸੇ ਬੇਨਤੀ ਕੀਤੀ ਕੜਾਹ ਪਰ, ਇਹ ਮਰਜ਼ਾਦਾ ਹੈ ਗੁਰੂ ਘਰ ਦੀ, ਕਿਉਂਕਿ ਸਮਰੱਥਾ ਗੁਰੂ ਦੀ ਹੈ, ਕੋਈ ਵਿਅਕਤੀ ਦੀ ਸਮਰੱਥਾ ਨਹੀਂ ਹੈ। ਕੋਈ ਕਹੇ ਵੀ ਮੈਂ ਅਰਦਾਸ ਕਰਦਾ ਤੇ ਤਾਂ ਇਹ ਕੰਮ ਹੁੰਦਾ, ਨਹੀਂ। ਤੇ ਇਉਂ ਨਹੀਂ ਹੈ, ਮਹਾਰਾਜ ਨੇ ਕਰਨਾ ਹੈ। ਤੇ ਮਰਜ਼ਾਦਾ ਸਹਿਤ ਪ੍ਰੇਮ ਨਾਲ ਬੇਨਤੀ ਮਹਾਰਾਜ ਦੇ ਚਰਨਾਂ 'ਚ ਹੋ ਜੇ ਤੇ ਐਸਾ ਕਿਹੜਾ ਕੰਮ ਹੈ ਜਿਹੜਾ ਫਿਰ ਅੜਿਆ ਰਹਿ ਜਾਊਗਾ। ਮਹਾਰਾਜ ਗੁਰਮੁਖੋ ਇੱਥੇ ਸਾਰੀਆਂ ਅੜੀਆਂ ਕੱਢ ਦਿੰਦੇ ਆ। ਇਹ ਕਿਰਪਾ ਹੁੰਦੀ ਹੈ, ਇਹ ਮਹਾਰਾਜ ਦੀ ਦਇਆ ਮਿਹਰ ਹੈ। 10ਵੇਂ ਪਾਤਸ਼ਾਹ ਕਲਗੀਧਰ ਗਰੀਬ ਨਵਾਜ ਪਾਤਸ਼ਾਹ ਦੀ। ਤੇ ਇਹ ਮਹਾਰਾਜ ਦੇ ਪ੍ਰਤਾਪ ਨਾਲ ਹੀ ਹੈ ਸਾਰਾ ਕੁਛ। ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਨਾ, ਮਹਾਰਾਜ ਨੇ ਮੇਰਾ ਕੀਤੀਆਂ ਹੋਈਆਂ ਵਰਤਾਏ ਹੋਏ ਆ। ਇੱਥੇ ਕੜਾਹ ਪ੍ਰਸ਼ਾਦ ਦੇ ਗੱਫੇ ਗੁਰੂ ਪਾਲ ਕਲਗੀਧਰ ਪਾਤਸ਼ਾਹ ਨੇ ਆਪ ਹੱਥੀਂ। ਇਹ ਤਾਂ ਹੀ ਇਹੋ ਜਿਹੇ ਪ੍ਰਤਾਪ ਹੁੰਦੇ ਆ। ਇਹ ਐਵੇਂ ਹੀ ਨਹੀਂ ਕੋਈ ਰੀਤ ਚੱਲ ਪੈਂਦੀ, ਚਾਹੇ ਉਹ ਕਿਵੇਂ ਵੀ ਹੈ। ਉਹ ਚਲਾਉਣ ਵਾਲਾ ਮਹਾਰਾਜ ਹੀ ਆਨਾ ਬਹਾਨਾ ਬਣਾ ਕੇ ਉਹੀ ਜੀ ਰੀਤੀ ਮਰਜ਼ਾਦਾ ਚਲਾ ਦਿੰਦਾ ਹੈ। ਤੇ ਗੁਰੂ ਸਾਹਿਬ ਦੀ ਇਹ ਦਇਆ ਮਿਹਰ ਨਾਲ ਹੀ ਹੁਣ ਦੇਖ ਲਓ ਇੱਥੇ ਆਪਣੇ ਕੜਾਹ ਪ੍ਰਸ਼ਾਦ ਦੀ ਮਰਜ਼ਾਦਾ ਦਾ ਕਿੰਨਾ ਮਰਜ਼ਾਦਾ। ਤੇ ਹੁਣ ਮੂਹਰੇ ਅੱਗੇ ਦੀ ਅੱਗੇ ਨਾਮ ਮਹੀਨਾ ਡੇਢ ਮਹੀਨਾ ਪਹਿਲਾਂ, ਫਿਰ ਕਿਤੇ 2 3 ਵੀ ਕੜਾਹ ਪ੍ਰਸ਼ਾਦ ਦੇ ਅਰਦਾਸਾਂ ਬੇਨਤੀਆਂ। ਇਹ ਸਾਰੀ ਗੁਰੂ ਕਲਗੀਧਰ ਪਾਤਸ਼ਾਹ ਦੀ ਹੋਈ ਕਿਰਪਾ ਹੈ। ਉਹ ਹਾਜ਼ਰ ਨਾਜ਼ਰ ਹੋ ਕੇ ਪ੍ਰੇਮ ਭਾਵਨਾ ਰੱਖੋ, ਉਹ ਆਪ ਹੀ ਸਾਰੇ ਅੜੇਵੇ ਕੰਮ ਵੀ ਮਹਾਰਾਜ ਕੱਢ ਦਿੰਦੇ ਆ, ਕਿਰਪਾ ਕਰ ਦਿੰਦੇ ਆ। ਤੇ ਇਹੋ ਜਿਹੀਆਂ ਸੈਂਕੜੇ ਮਿਸਾਲਾਂ ਆਪਾਂ ਦੇਸ਼ ਜਾਂ ਵਿਦੇਸ਼ ਦੀਆਂ ਦੇ ਸਕਦੇ ਆ।
ਬਹੁਤ ਹੁੰਦਾ ਹੈ। ਕੋਈ ਵਾਰੀ ਐਸਾ ਫੋਨ ਤੇ ਬਹੁਤ ਬੇਨਤੀ ਵਾਸਤੇ ਇੱਥੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਤੀ, ਕਿਉਂਕਿ ਗੁਰੂ ਮਹਾਰਾਜ ਸਮਰੱਥ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਆ। ਗੱਲ ਆਪਦੀ ਨਹੀਂ, ਗੱਲ ਹੈ ਗੁਰੂ ਦੀ ਸਮਰੱਥਾ, ਉਹਦੇ ਤੇ ਕੋਈ ਸ਼ੱਕ ਨਹੀਂ। ਹਾਂ, ਕਮੀ ਕੋਈ ਸਾਡੇ 'ਚ ਤੁਹਾਡੇ 'ਚ ਤਾਂ ਹੋ ਸਕਦੀ ਹੈ, ਗੁਰੂ ਦੀ ਸਮਰੱਥਾ 'ਚ ਕੋਈ ਕਮੀ ਨਹੀਂ ਹੈ। ਤੇ ਮਹਾਰਾਜ ਨੇ ਮਰਜ਼ਾਦਾ, ਆਪਾਂ ਹੁਣ ਕਥਾ ਜਦੋਂ ਸਰਵਣ ਕਰਦੇ ਇਹੀ ਹੈ ਕਿ ਗੁਰੂ ਸਾਹਿਬ ਕਹਿੰਦੇ ਭਾਈ ਪਵਿੱਤਰਤਾ ਸੁਚਮ ਦੇ ਨਾਲ ਕੜਾਹ ਪ੍ਰਸ਼ਾਦ ਤਿਆਰ ਕਰਨਾ, 5 ਪੈਸੇ ਰੱਖ, ਕਿਉਂਕਿ ਉਹਨਾਂ ਸਮਿਆਂ ਵਿੱਚ 5 ਪੈਸੇ ਬੜੀ ਵੱਡੀ ਗੱਲ ਸੀ। ਅਰਦਾਸ ਅਲਾਵੋ ਬੇਨਤੀ ਕਰਨੀ ਹੈ ਦੋਹਰਾ, ਹਾਜ਼ਰ ਹੋਵੋ ਆਨ ਤਬ ਕਰੋ ਕਾਮਨਾ ਪੂਰ। ਮਹਾਰਾਜ ਕਹਿੰਦੇ ਸੁਦਰਸੈਨ ਮੈਂ ਉਦੋਂ ਹੀ ਹਾਜ਼ਰ ਹੂੰ ਤੇ ਉਸੇ ਸਮੇਂ ਕਾਮਨਾ ਇੱਛਾ ਪੂਰੀ ਕਰਾਂਗਾ। ਆਸ ਕਹਿ ਬਹੁ ਧੀਰਜ ਦਇਓ, ਭੂਪਤ ਕੋ ਜਗ ਮੂਰ। ਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਕਹਿ ਕੇ ਧੀਰਜ ਦਿੱਤਾ ਹੈ। ਭੂਪਤ ਕੋ ਜਗ ਮੂਰ, ਮੂਰ ਦਾ ਅਰਥ ਸਾਹਮਣਾ ਵੀ ਹੁੰਦਾ ਅਸਲ ਵਿੱਚ, ਇੱਥੇ ਪਾਦ ਅਰਥ ਤਾਂ ਮੂਰ ਦਾ ਸਾਹਮਣੇ ਕੀਤਾ, ਪਰ ਜਗ ਮੂਰ ਦਾ ਅਰਥ ਇੱਥੇ ਮੂਲ ਹੈ। ਰਾਜੇ ਨੂੰ ਜਗਤ ਮੂਲ, ਜਗਤ ਦਾ ਮੁੱਢ ਰੂਪ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਸਤਿਗੁਰੂ ਨੇ ਧੀਰਜ ਬਖਸ਼ਿਆ। ਸਰਬ ਨਗਰ ਕੇ ਨਰ ਮਿਲੇ, ਝੰਡੇ ਆਦ ਜੇ ਆਨ। ਫਿਰ ਸਾਰੇ ਨਗਰ ਦੇ ਲੋਕ ਮਿਲੇ, ਭਾਈ ਝੰਡਾ ਇਤਿਆਦਿ ਆਏ ਸਾਰੇ ਹੀ। ਤੈਨ ਕੋ ਧੀਰਜ ਦੇ ਗੁਰੂ, ਪੁਨ ਕੀਨੋ ਪ੍ਰਸਥਾਨ। ਉਹਨਾਂ ਨੂੰ ਧੀਰਜ ਦੇ ਕਰਕੇ ਫਿਰ ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇੱਥੋਂ ਪ੍ਰਸਥਾਨ ਕੀਤਾ, ਭਾਵ ਮਹਾਰਾਜ ਨੇ ਇੱਥੋਂ ਚੱਲਣਾ ਕੀਤਾ ਹੈ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਇੱਥੇ ਤੱਕ ਜੋ ਭਾਈ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਦੇ ਪ੍ਰਸੰਗ, ਝੰਡਾ ਬਾਢੀ ਰਾਜਾ ਸੁਦਰਸੈਨ ਪ੍ਰਸੰਗ, ਭਾਈ ਝੰਡਾ ਬਾਢੀ ਤੇ ਰਾਜੇ ਸੁਦਰਸੈਨ ਦਾ ਜਿਹੜਾ ਪ੍ਰਸੰਗ ਵਰਣਨ, ਉਹ ਵਰਣਨ ਕੀਤਾ। ਨਾਮ ਸਪਤ 63 ਮੰਦਰ ਹੈ, 7 ਤੇ 30 ਭਾਵ 37ਵਾਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਅਸੀਮ ਫਲ ਤੇ ਚਲੇ ਗੁਰ ਅਨਕ, ਅਸੀਮ ਫਲ ਤੇ ਚੱਲੇ ਗੁਰ ਅਨਕ ਟਾਪੂ ਅਨ ਸੈਰ। ਅਸੀਮ ਫਲ ਤੇ, ਇੱਥੇ ਬੇਅੰਤ ਫਲ ਦੇ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣ ਹੋਰ ਟਾਪੂਆਂ ਦੇ ਹੋਰ ਸੈਰ ਕਰਦੇ ਅੱਗੇ ਚੱਲੇ ਹਨ। ਸਤਨਾਮ ਚੱਕਰ ਫਿਰਿਓ ਚੱਲੇ ਸਵਰਨਪੁਰ ਸ਼ਹਿਰ। ਗੁਰੂ ਪਾਤਸ਼ਾਹ ਨੇ ਸਾਰੇ ਸਤਨਾਮ ਦਾ ਚੱਕਰ ਫੇਰਿਆ, ਪਰਮੇਸ਼ਰ ਦੇ ਨਾਮ ਦਾ। ਹੁਣ ਮਹਾਰਾਜ ਸਵਰਨਪੁਰ ਸ਼ਹਿਰ ਨੂੰ ਚੱਲੇ ਹਨ। ਨਿਕਟ ਨਗਰ ਕੇ ਆਏ ਤਬੈ ਜੋ ਸੁੰਦਰ ਦੁਤਵੰਤ। ਜਦੋਂ ਉਸ ਸਵਰਨ ਸ਼ਹਿਰ ਦੇ ਨੇੜੇ ਆਏ, ਜਿਹੜਾ ਕਿ ਸ਼ਹਿਰ ਬਹੁਤ ਸੁੰਦਰ ਹੈ, ਦੁਤਵੰਤ ਕਹੀਏ ਬਹੁਤ ਸ਼ੋਭਾ ਵਾਲਾ ਹੈ। ਦੇਖ ਜਿਸੈ ਅਮਰਾਵਤੀ ਨੀਚੇ ਨੈਣ ਕਰੰਤ। ਇੰਨਾ ਸੁੰਦਰ ਹੈ ਕਿ ਜਿਹਨੂੰ ਦੇਖ ਕੇ ਅਮਰਾਵਤੀ, ਅਮਰ ਕਹਿੰਦੇ ਨੇ ਦੇਵਤਿਆਂ ਨੂੰ, ਵਤੀ ਭਾਵ ਅਮਰਾਵਤੀ ਦੇਵਤਿਆਂ ਦੇ ਪੁਰੀਆਂ ਵੀ, ਨੀਚੇ ਨੈਣ ਕਰੰਤ, ਉਹ ਵੀ ਇੰਨੀਆਂ ਸੁੰਦਰ ਨਹੀਂ, ਉਹ ਵੀ ਅੱਖਾਂ ਨੀਵੀਆਂ ਕਰ ਲੈਂਦੀਆਂ ਇਸ ਜਿਹੜਾ ਹੈ ਇਹ ਸ਼ਹਿਰ ਨੂੰ ਵੇਖ ਕੇ। ਸਵਰਨਪੁਰ ਨੂੰ ਦੇਖ ਕਰ ਚੌਪਈ ਚਾਹੋਂ ਦਿਸ ਜਿਸ ਕੇ ਉਪਬਨ ਸੋ ਹੈ। ਚਾਰੇ ਪਾਸੇ ਭਾਈ ਜੀ ਦੇ ਬਾਗ ਸ਼ੋਭਦੇ ਹਨ। ਕੁਸਮ ਬਾਟਕਾ ਬਹੁ ਮਨ ਮੋਹ ਹੈ। ਫਿਰ ਕੁਸਮ ਬਾਟਕਾ, ਸੋਹਣੇ ਸੋਹਣੇ ਫੁੱਲਾਂ ਵਾਲੇ ਦਰਖਤ ਹੈ ਜੋ ਮਨ ਨੂੰ ਮੋਹਦੇ ਹਨ। ਕੰਚਨ ਕੋ ਗੜ ਬੜੋ ਬਿਰਾਜੈ। ਤੇ ਇੱਕ ਭਾਈ ਬਹੁਤ ਵੱਡਾ ਜਿਹੜਾ ਹੈ ਸਵਾਰਸ ਕੰਚਨ ਸੋਨੇ ਦਾ ਕਿਲਾ, ਉਹ ਚੰਗੇ ਚੰਗੇ ਗੜ ਬਹੁਤੇ ਕਿਲੇ ਬਰਾਜ ਰਹੇ ਨੇ। ਨਾਨਾ ਰੰਗ ਜੁਰੇ ਨਗ ਛਾਜੈ। ਨਾਨਾ ਰੰਗ ਜੁਰੇ ਨਗ ਛਾਜੈ,
ਕਈ ਰੰਗਾਂ ਦੇ ਨਾਗ ਜੁੜੇ ਹੋਏ ਆ, ਭਾਵ ਜਿਹੜੇ ਉਹ ਫਬ ਰਹੇ ਹਨ। ਉੱਚੀ ਅਟਾ ਕਲਸ ਮਨ ਭਾਵਨ, ਉੱਚੀਆਂ ਉੱਚੀਆਂ ਅਟਾਰੀਆਂ ਨੇ, ਉੱਤੇ ਸੋਹਣੇ ਸੋਹਣੇ ਕਲਸ ਲੱਗੇ ਆ, ਸੋਨੇ ਦੇ, ਮਨ ਨੂੰ ਭਾਉਂਦੇ ਐ। ਦਰ ਪਰ ਤੋਰਨ ਬਧੀ ਸੁਹਾਵਨ, ਜਿਹੜੇ ਦਰ ਪਰ ਤੋਰਨ, ਦਰਵਾਜ਼ਿਆਂ ਦੇ ਤਖਤੇ ਲੱਗੇ ਹੋਏ ਆ, ਉਹ ਵੀ ਬਹੁਤ ਸੁੰਦਰ ਚੰਦਨ ਇਤਿਆਦਿਕ ਦਰਖਤਾਂ ਦੇ ਲੱਗੇ ਸ਼ੋਭਦੇ ਨੇ। ਚੰਦਨ ਕੇ ਦਰ ਪਰ ਤੋਰਨ ਬਧੀ ਸੁਹਾਵਨ, ਜਿਹੜੇ ਦਰਵਾਜ਼ੇ ਐ, ਗਲੀਆਂ ਜਾਂ ਗਲੜੀਆਂ ਬੜੇ ਸ਼ੋਭਾ ਵਾਲੇ ਹਨ। ਚੰਦਨ ਕੇ ਕਪਾਟ ਬੜ ਸ਼ੋਭਾ, ਤੇ ਚੰਦਨ ਦੇ ਜਿਹੜੇ ਦਰਵਾਜ਼ੇ ਐ ਉਹ ਲੱਗੇ ਸ਼ੋਭਾ ਪਾਉਂਦੇ। ਜਿਨ ਕੋ ਪਿਖ ਦੇਵਨ ਮਨ ਲੋਭਾ, ਜਿਨ੍ਹਾਂ ਨੂੰ ਵੇਖ ਕੇ ਦੇਵਤਿਆਂ ਦਾ ਮਨ ਵੀ ਲੁਭਾਏਮਾਨ ਹੁੰਦਾ ਹੈ। ਜਗਮਗ ਚਮਤਕਾਰ ਛਬ ਪਾਈ, ਫਿਰ ਭਾਈ ਜਗਮਗ ਜਗਮਗ ਕਰਦੇ ਐ, ਲੜੀਆਂ ਜਗਮਗ ਜਗਮਗ ਕਰਦੇ, ਦੀਵੇ ਜਗਾ ਜਗਾ ਰਾਤਰੀ ਸ਼ੋਭਾ ਪਾਉਂਦੇ ਐ। ਮਨੋਂ ਚੜੇ ਬਹੁਤੇ ਦਿਨ ਰਾਈ, ਇਉਂ ਜਾਣੋ ਕਿ ਬਹੁਤ ਹੀ ਦਿਨ ਦੇ ਸਮੇਂ ਹੀ ਜਿਹੜੇ ਹੈ ਰਾਈ ਚੰਦਰਮਾ ਜਾਂ ਤਾਰੇ ਚੜੇ ਹੋਏ ਹਨ। ਪਹੁੰਚੇ ਜਬ ਤਹ ਨਗਰ ਸਮੀਪਾ, ਇਉਂ ਭਾਈ ਸੂਰਜ ਵਾਂਗੂ ਚਮਕਦਾ ਸ਼ਹਿਰ ਜਦੋਂ ਸਤਿਗੁਰੂ ਜੀ ਨਗਰ ਦੇ ਕੋਲ ਪਹੁੰਚੇ। ਬੈਠੇ ਸ੍ਰੀ ਬੇਦੀ ਕੁਲ ਦੀਪਾ, ਬੇਦੀ ਕੁਲ ਦੀਪਕ ਸਤਿਗੁਰੂ ਜੀ ਉੱਥੇ ਬਹਿ ਗਏ। ਮਰਦਾਨੇ ਸੋ ਬਚਨ ਉਚਾਰਾ, ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਬਚਨ ਕਿਹਾ। ਜਾਓ ਨਗਰ ਅਚਲੇ ਹੁਆ ਹਾਰਾ, ਮਹਾਰਾਜ ਕਹਿੰਦੇ ਜਾ ਮਰਦਾਨਿਆਂ ਨਗਰ ਚ ਜਾਇਆ, ਭੋਜਨ ਪਾਣੀ ਛਕਿਆ ਭਾਈ। ਗਮਨਿਓ ਤੂਰਨ ਨਗਰ ਮਝਾਰੂ, ਤੇ ਉਹ ਤੁਰੰਤ ਨਗਰ ਦੇ ਵਿੱਚ ਭਾਈ ਮਰਦਾਨਾ ਚਲਿਆ ਗਿਆ। ਜਹਾਂ ਚੌਂਕ ਹੈ ਚਾਰ ਬਾਜ਼ਾਰੂ, ਜਿੱਥੇ ਭਾਈ ਸੋਹਣੇ ਬਾਜ਼ਾਰ ਦਾ ਸੁੰਦਰ ਚੌਂਕ ਹੈ। ਪੁਰ ਰਚਨਾ ਪਿਖ ਕਹਿ ਮਰਦਾਨਾ, ਨਗਰ ਦੀ ਰਚਨਾ ਵੇਖ ਕੇ ਭਾਈ ਮਰਦਾਨਾ ਹਰਖਤ ਹੈ ਉਰ ਮੈਂ ਬਿਸਮਾਨਾ, ਹਿਰਦੇ ਵਿੱਚ ਬਹੁਤ ਖੁਸ਼ ਹੋਇਆ ਤੇ ਹੈਰਾਨੀ ਜੀ ਹੋ ਕੇ। ਇੱਕ ਮਾਨਵ ਕੇ ਜਾਏ ਸਮੀਪਾ, ਇੱਕ ਪੁਰਸ਼ ਮਨੁੱਖ ਦੇ ਕੋਲ ਜਾ ਕੇ ਬੂਝਿਓ ਕੌਣ ਨਾਮ ਅਵਨੀਪਾ, ਪੁੱਛਿਆ ਭਾਈ ਇਥੋਂ ਦਾ ਰਾਜਾ ਕੌਣ ਹੈ। ਪੁਨ ਇਸ ਪੁਰ ਕੋ ਨਾਮ ਬਤਾਬਹੁ, ਫਿਰ ਭਾਈ ਇਸ ਨਗਰ ਦਾ ਨਾਮ ਵੀ ਦੱਸ। ਮੁਝ ਢਿਗ ਸਰਬ ਬਿਰਤਾਂਤ ਸੁਨਾਵਹੁ, ਮੇਰੇ ਕੋਲੇ ਤੂੰ ਸਾਰਾ ਇਸ ਗੱਲ ਬਾਰੇ ਬਿਰਤਾਂਤ ਖੋਲ ਕੇ ਦੱਸ। ਕਹਿ ਬਿਧ ਹੋਤ ਇਹਾਂ ਬਿਵਹਾਰਾ, ਵੀ ਇੱਥੋਂ ਦਾ ਕਾਰ ਵਿਹਾਰ ਕਿਸ ਤਰ੍ਹਾਂ ਹੁੰਦਾ ਹੈ। ਜਹ ਕੰਚਨ ਕੇ ਬਨੇ ਬਾਜ਼ਾਰਾ, ਜਿੱਥੇ ਭਾਈ ਸੋਨੇ ਦੇ ਬਾਜ਼ਾਰ ਬਣੇ ਹੋਏ। ਇਹ ਗੁਰਮੁਖੋ ਸਾਰਾ ਰਾਜਿਆਂ ਤੇ ਹੈ। ਹੁਣ ਤਾਂ ਹਾਲਾਤ ਇਹ ਹੈ ਵੀ ਜਾਂ ਦੇਖ ਲਓ ਦੁਨੀਆ ਬੈਂਕਾਂ 'ਚ ਪੈਸੇ ਰੱਖਦੀ ਹੈ, ਚੋਰ ਬੈਂਕਾਂ 'ਚੋਂ ਵੀ ਕਢਾ ਲੈਂਦੇ ਆ। ਉਦੋਂ ਹੀ ਪਤਾ ਲੱਗਦਾ ਫਲਾਣੇ ਦੇ ਖਾਤੇ 'ਚੋਂ ਇੰਨੇ ਕਢਾ ਲਏ। ਉਹ ਵੀ ਸਮਾਂ ਸੀ ਜਦੋਂ ਗੁਰਮੁਖੋ ਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖਾਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਕੁੱਤੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਦਿੰਦੇ, ਕੋਈ ਲਾਉਂਦਾ ਨਹੀਂ ਸੀ ਹੁੰਦਾ। ਬੰਦੇ ਤੇ ਤਾਂ ਲਾਉਣਾ ਹੀ ਕੀ ਹੈ। ਮਹਾਰਾਜੇ ਰਣਜੀਤ ਸਿੰਘ ਦਾ ਰਾਜ ਐਸਾ। ਹੁਣ ਕਹਿੰਦੇ ਸਿੱਖ ਰਾਜ ਮੰਗਦੇ ਆ, ਰਾਜ ਭਾਈ ਤਾਂ ਮੰਗਦੇ ਆ ਤੁਸੀਂ ਰਾਜ ਸਹੀ ਨਹੀਂ ਕਰਦੇ। ਸਾਡੇ ਕੀਤਾ ਵਿਆ ਵਡੇਰਿਆਂ ਨੇ ਉਹ ਰਾਜ ਕੀਤਾ ਜਿਹਦੇ ਰਾਜ ਵਿੱਚ ਕੁੱਤੇ ਦੇ ਗਲ ਵਿੱਚ ਕੈਂਠਾ ਨਹੀਂ ਸੀ ਕੋਈ ਲਾਉਂਦਾ ਹੁੰਦਾ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ। ਗੁਰਮੁਖੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਵੀ ਵਿਅਕਤੀ ਨੇ ਕੋਈ ਭੁੱਖ ਨੰਗ ਤੋਂ ਤੰਗ ਹੋ ਕੇ ਖੁਦਕੁਸ਼ੀ ਨਹੀਂ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਵੀ ਕੋਈ ਮਿਸਾਲ ਨਹੀਂ ਵੀ ਕਿਸੇ ਕੋਈ ਵਿਅਕਤੀ ਰਾਤ ਨੂੰ ਭੁੱਖਾ ਸੁੱਤਾ ਹੋਵੇ। ਇਹੋ ਜਿਹਾ ਉਹ ਰਾਜ ਸੀ। ਇਸ ਕਰਕੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਵੀ ਕਿਸੇ ਪੱਤ ਇੱਜ਼ਤ ਲੁੱਟਣ ਦਾ ਕੋਈ ਕੇਸ ਨਹੀਂ ਕਿਤੇ ਥਾਣੇ ਵਿੱਚ ਦਰਜ ਹੋਇਆ।
ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਵੀ ਇਸਤਰੀ ਨੂੰ ਕਿਸੇ ਥਾਣੇ ਵਿੱਚ ਕੋਈ ਉਹਦੇ ਕੋਈ ਬੋਲ ਬੁਲਾਰਾ, ਕੋਈ ਇਸ ਤਰ੍ਹਾਂ ਕਹਿਣ ਦਾ ਭਾਵ ਇਹ ਸੱਦਿਆ ਨਹੀਂ ਗਿਆ ਜਾਂ ਕੋਈ ਕੁੱਟਮਾਰ ਨਹੀਂ ਹੋਈ, ਕੋਈ ਵੀ ਐਸਾ। ਤੇ ਜੇ ਕੋਈ ਹੁੰਦਾ ਕੋਈ ਐਸਾ ਤੇ ਮਹਾਰਾਜਾ ਰਣਜੀਤ ਸਿੰਘ ਇਸ ਢੰਗ ਨਾਲ ਹੀ ਸਜ਼ਾ ਦਿੰਦਾ ਹੁੰਦਾ ਸੀ। ਪਹਿਲੀ ਗੱਲ ਕਿਸੇ ਨੂੰ ਚੋਰੀ ਕਰਨ ਦੀ ਲੋੜ ਨਹੀਂ ਸੀ ਪੈਂਦੀ, ਕੋਈ ਐਸਾ ਨਹੀਂ, ਕਿਉਂਕਿ ਚੋਰੀ ਕਰਨ ਦੀ ਲੋੜ ਤੇ ਤਾਂ ਪਊ ਨਾ ਜੇ ਉਹਦੇ ਕੋਲੇ ਨਾ ਹੋਵੇ ਕੁਛ। ਜਦੋਂ ਸਭ ਨੂੰ ਮਿਲਦਾ ਸੀ, ਕੰਮਕਾਰ ਮਿਲਦਾ ਸੀ, ਉਹ ਇਹੋ ਜਿਹਾ ਰਾਜ ਸੀ। ਇਸ ਕਰਕੇ ਅਸੀਂ ਤੇ ਕਹਿੰਦੇ ਵੀ ਨਹੀਂ, ਤੁਹਾਨੂੰ ਯਕੀਨ ਪਰਖ ਕੇ ਵੇਖ ਲਓ, ਤੁਸੀਂ ਖਾਲਸੇ ਨੂੰ ਰਾਜ ਸੌਂਪ ਕੇ ਵੇਖ ਲਓ, ਫਿਰ ਪਤਾ ਲੱਗ ਜੂ। ਜਿਹੜੇ ਹੁਣ ਕਹਿੰਦੇ ਇਹ ਰਾਜ ਮੰਗਦੇ ਆ ਕਰਦੇ, ਵੀ ਤੂੰ ਹੀ ਗੱਲ ਨਹੀਂ, ਮੰਗਦੇ ਹੀ ਐ ਤੇ ਰਾਜ ਕਰਨਾ ਸਭ ਦਾ ਹੱਕ ਹੈ। ਹੁਣ ਜਿਹੜਾ ਮਰਜ਼ੀ ਆ, ਹਰੇਕ ਦੀ ਇੱਛਾ ਹੈ। ਤੇ ਅਸੀਂ ਰਾਜ, ਸਾਡੇ ਕੋਲੇ ਤੇ ਮਿਸਾਲਾਂ ਨੇ, ਤੁਸੀਂ ਮਿਸਾਲ ਦੇ ਦਿਓ। ਤੁਹਾਡਾ ਜਦੋਂ ਤੁਹਾਡੇ ਕੋਲੇ ਰਾਜ ਆਇਆ, ਤੁਸੀਂ ਗੁਲਾਮ ਕੀਤਾ, ਦੇਸ਼ ਦੇ ਟੁਕੜੇ ਹੋਏ, ਇਹਨੂੰ ਵੱਖਰੀ ਗੱਲ ਹੈ। ਚਾਹੇ ਆਜ਼ਾਦੀ ਕਹਿ ਕੇ ਮਨਾਈ ਚੱਲੋ, ਉਹ ਤਾਂ ਹੁਣ ਆਪਦੀ ਮਰਜ਼ੀ ਹੈ। ਉਹ ਤਾਂ ਉਹ ਗੱਲ ਹੋ ਗਈ ਵੀ ਬਸ਼ਰਮਾਂ ਦੀ ਦਾਲ ਡੁੱਲ ਗਈ। ਉਹ ਕਹਿੰਦੇ ਵੀ ਅਸੀਂ ਤਾਂ ਡੋਲ ਕੇ ਹੀ ਖਾਂਦੇ ਹੁੰਦੇ ਆ। ਹੋਏ ਤਾਂ ਟੁਕੜੇ ਆ ਦੇਸ਼ ਦੇ 47 ਚ, ਦੇਸ਼ ਅਲੱਗ ਹੋਇਆ, ਇੱਕ ਵੰਡਿਆ ਗਿਆ, ਕਤਲੇਆਮ ਹੋਇਆ, ਕਿੰਨਾ ਕੁਛ ਹੋਇਆ, ਲੋਕ ਇਧਰੋਂ ਉਧਰ ਹੋ ਗਏ, ਹਜੇ ਤੱਕ ਨਹੀਂ ਉਹ ਗੱਲਾਂ ਭੁੱਲੇ। ਤੇ ਇਹ ਜਸ਼ਨ ਮਨਾਉਂਦੇ, ਜਸ਼ਨ ਕਾਹਦਾ ਹੈ ਭਾਈ? ਟੁਕੜੇ ਕਰਾ ਕੇ ਦੇਸ਼ ਦੇ ਜਸ਼ਨ ਮਨਾਉਣ ਵਾਲੇ ਉਹ ਤੇ ਬੇਸ਼ਰਮ ਹੈ। ਖਾਲਸੇ ਦਾ ਰਾਜ ਜਦੋਂ ਆਇਆ ਤੇ ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਨੇ, ਜਿਹੜਾ 800 ਸਾਲ ਤੋਂ ਗੁਲਾਮ ਧਰਤੀ ਸੀ ਉਹ, ਤੇ ਉਹਨੂੰ ਇਸ ਦੇਸ਼ ਦਾ ਹਿੱਸਾ ਬਣਾਉਣ ਵਾਲਾ ਸਰਦਾਰ ਹਰੀ ਸਿੰਘ ਨਲੂਆ ਸੀ ਮਹਾਰਾਜੇ ਰਣਜੀਤ ਸਿੰਘ ਦੇ ਰਾਜ। 800 ਸਾਲ ਬਾਅਦ ਉਹ ਧਰਤੀ ਨਾਲ ਇਸ ਦੇਸ਼ ਦੇ ਮਿਲਾਈ ਸੀ। ਅਫਗਾਨਿਸਤਾਨ ਕਿੱਥੇ ਤੱਕ ਰਾਜ ਦੀਆਂ ਹੱਦਾਂ ਸੀ, ਉਦੋਂ ਬਾਅਦ ਕਿੰਨਾ ਕੁ ਰਹਿ ਗਿਆ। ਤੋ ਇਹ ਕਹਿਣ ਦਾ ਭਾਵ ਹੈ ਕਿ ਇਹ ਤਾਂ ਰਾਜ ਕੀਤਾ ਹੋਇਆ, ਇਹ ਦੱਸ ਰਹੇ ਨੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਰਾਜੇ ਦੀ ਗੱਲ ਹੈ। ਭਾਈ ਮਰਦਾਨਾ ਕਹਿੰਦਾ ਕੰਚਨ ਸੋਨੇ ਦੇ ਬਾਜ਼ਾਰ ਬਣੇ ਪਏ ਐ, ਕਿਵੇਂ ਵਿਹਾਰ ਚੱਲਦਾ, ਕੌਣ ਰਾਜਾ, ਕੀ ਨਗਰ ਦਾ ਨਾਮ ਹੈ। ਤਹਿ ਨਰ ਨੇ ਸੁਨ ਬਚਨ ਉਚਾਰਾ, ਉਸ ਪੁਰਖ ਨੇ ਸੁਣ ਕੇ ਬਚਨ ਕਹੇ, ਨਾਮ ਸਵਰਨਪੁਰ ਪ੍ਰਗਟ ਉਦਾਰਾ। ਇਹਦਾ ਨਾਮ ਬਹੁਤ ਮਸ਼ਹੂਰ ਪ੍ਰਗਟ ਸਵਰਨਪੁਰ ਹੈ। ਕਵਲ ਨੈਣ ਨ੍ਰਿਪ ਰਾਜਨ ਰਾਜਾ, ਇੱਥੇ ਰਾਜਿਆਂ ਦਾ ਰਾਜਾ, ਬਹੁਤ ਚੰਗਾ ਰਾਜਾ, ਉਹਦਾ ਨਾਂ ਕਮਲ ਨੈਣ ਹੈ। ਜਹ ਸਮ ਦੂਸਰ ਕੋਏ ਨਾ ਆਜਾ, ਜਿਹਦੇ ਵਰਗਾ ਦੂਜਾ ਕੋਈ ਹੋਰ ਨਹੀਂ। ਦੋਹਰਾ ਨਹੀਂ ਮੋਲ ਕਿਸ ਵਸਤ ਕੋ, ਜੋ ਚਾਹਤ ਸੋ ਲੇਤ। ਇੱਥੇ ਕਿਸੇ ਵਸਤੂ ਦਾ ਕੋਈ ਮੁੱਲ ਨਹੀਂ ਹੈ, ਜੋ ਕੋਈ ਕਿਸੇ ਨੂੰ ਲੋੜ ਹੁੰਦੀ ਹੈ ਉਹ ਲੈ ਲੈਂਦਾ ਹੈ। ਮਦਰ ਅਸਨ ਜੇ ਹਾਟ ਪਰ, ਧਰਮ ਅਰਥ ਸਭ ਦੇਤ। ਕਹਿਣ ਲੱਗੇ ਮਦਰ ਮਿੱਠਾ ਭੋਜਨ ਜੋ ਵੀ ਹੱਟੀਆਂ ਤੇ ਪਿਆ ਹੈ ਨਾ ਸਾਰੀਆਂ ਤੇ, ਇਹ ਧਰਮ ਅਰਥ ਦਿੰਦੇ ਨੇ ਸਾਰਾ ਕੁਝ। ਚੌਪਈ ਦੇਸ਼ ਵਿਦੇਸੀ ਜੋ ਜਹ ਚਾਹੀ, ਜੋ ਕੋਈ ਦੇਸ਼ ਦਾ ਵਿਦੇਸ਼ ਦਾ ਜੋ ਚਾਹੁੰਦਾ, ਦੇਵ ਬਹੀਨ ਮੋਲ ਸਭ ਤਾਹੀ, ਉਹਨੂੰ ਬਿਨਾਂ ਮੁੱਲ ਤੋਂ ਸਭ ਭਾਈ ਦਿੰਦੇ ਹਨ। ਹਰਖਿਓ ਮਰਦਾਨਾ ਬਚ ਭਾਖੇ, ਭਾਈ ਮਰਦਾਨਾ ਖੁਸ਼ ਹੋ ਗਿਆ ਹੈ, ਬਚਨ ਕਹਿੰਦਾ ਛੁਦਾ ਪੂਜੈ ਭੋਜਨ ਕੀ ਕਾਂਖੇ। ਕਹਿੰਦਾ ਵੀ ਮੈਨੂੰ ਭੁੱਖ ਲੱਗੀ ਹੈ, ਭੋਜਨ ਦੀ ਇੱਛਾ ਹੈ। ਪਰਦੇਸੀ ਮੋਹ ਕੋ ਲਖ ਲੀਜੈ, ਭਾਈ ਮੈਨੂੰ ਵੀ ਪਰਦੇਸੀ ਜਾਣ ਲਾ, ਅਸੀਂ ਬਹੁਤ ਦੂਰੋਂ ਆਏ ਹਾਂ। ਆਪਨੋ ਨਾਮ ਬਤਾਵਨ ਕੀਜੈ, ਤੇ ਇਉਂ ਵੀ ਦੱਸ ਵੀ ਤੇਰਾ ਨਾਮ ਕੀ ਹੈ। ਸੁਣ ਕਰ ਤਿਨੇ ਬਚਨ ਉਚਾਰਾ, ਇਹ ਸੁਣ ਕੇ ਉਸ ਵਿਅਕਤੀ ਨੇ ਆਪਣਾ ਨਾਮ ਦੱਸਿਆ। ਧਰਮ ਸਿੰਘ ਹੈ ਨਾਮ ਹਮਾਰਾ, ਮੇਰਾ ਨਾਂ ਧਰਮ ਸਿੰਘ ਹੈ। ਹੋਏ ਔਰ ਜੇਤੇ ਤੁਝ ਸੰਗਾ, ਜਾਂ ਧਰਮ ਸੈਨ, ਧਰਮ ਇਸ ਤਰ੍ਹਾਂ ਉਹਦਾ ਨਾਂ ਸੀ। ਕਹਿਣ ਲੱਗਿਆ ਭਾਈ ਮਰਦਾਨਿਆ ਹੋਰ ਜਿੰਨੇ ਤੇਰੇ ਨਾਲ ਸੰਗੀ ਹਨ, ਲੈ ਆਹਾਰ ਤਿਨ ਹੇਤ ਨਸੰਗਾ,
ਤੂੰ ਬੇਫਿਕਰ ਹੋ ਕੇ ਉਹਨਾਂ ਵਾਸਤੇ ਵੀ ਭੋਜਨ ਲੈ ਲਾ। ਸੰਗੀ ਦੋਏ ਕਰੈ ਨਹਿ ਖਾਨਾ, ਕਹਿੰਦਾ ਮੇਰੇ ਹੋਰ ਦੋ ਸੰਗੀ ਨੇ ਪਰ ਉਹ ਭੋਜਨ ਨਹੀਂ ਛਕਦੇ ਹਨ। ਅਸ ਸੁਨ ਗਮਨੇ ਇੱਕ ਦੁਕਾਨਾ, ਇਹ ਸੁਣ ਕੇ ਇੱਕ ਦੁਕਾਨ ਤੇ ਚਲੇ ਗਏ। ਧਰਮ ਸਿੰਘ ਕਹਿ ਤਿਸ ਕਹਿ ਤਾਈ, ਧਰਮ ਸਿੰਘ ਉਸ ਨੂੰ ਕਹਿੰਦਾ ਹੈ ਅਸਨ ਦਵਾਇਓ ਸ਼ੇਰ ਅਢਾਈ, ਕਹਿ ਕੇ 2.5 ਸੇਰ ਭੋਜਨ ਦਵਾਇਆ ਹੈ। ਹੋਏ ਪ੍ਰਸੰਨ ਖਾਇਓ ਮਰਦਾਨੇ, ਭਾਈ ਮਰਦਾਨੇ ਖੁਸ਼ ਹੋ ਕੇ ਛਕਿਆ। ਉਦਰ ਅਗਾਏ ਚੁਲੀ ਕਰ ਪਾਨੇ, ਇਉਂ ਪੂਰਾ ਪੇਟ ਤੋਂ ਰੱਜ ਕੇ ਫਿਰ ਭਾਈ ਜਲ ਦੀ ਚੁਲਾ ਕੀਤਾ ਹੈ। ਬਾਹਰੋਂ ਬਾਜ਼ਾਰਨ ਸੈਰ ਨਿਹੁਰ ਕੈ, ਫਿਰ ਬਾਜ਼ਾਰਾਂ ਦੀ ਸੈਰ ਵਗੈਰਾ ਦੇਖ ਕਰਕੇ ਸ੍ਰੀ ਗੁਰ ਢਿਗ ਗਮਨਿਓ ਫਿਰ ਮੁਰਕੈ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਕੋਲੇ ਫਿਰ ਵਾਪਸ ਆ ਗਿਆ। ਦੇਖ ਦੂਰ ਤੇ ਸ੍ਰੀ ਗੁਣ ਖਾਨੀ, ਦੂਰੋਂ ਹੀ ਦੇਖ ਕੇ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਪਾਤਸ਼ਾਹ। ਮਰਦਾਨੇ ਸੰਗ ਬੋਲੇ ਬਾਨੀ, ਭਾਈ ਮਰਦਾਨੇ ਨੂੰ ਬਚਨ ਕਹਿਣ ਲੱਗੇ। ਕਹੋ ਨਗਰ ਕਿਹ ਬਿਦ ਕੋ ਦੇਖਾ, ਦੱਸ ਭਾਈ ਮਰਦਾਨਿਆ ਇਹ ਨਗਰ ਕਿਸ ਤਰ੍ਹਾਂ ਦਾ ਵੇਖਿਆ। ਮੁਖ ਪੰਕਜ ਜਸ ਖਿਰਿਓ ਬਸੇਖਾ, ਤੇਰਾ ਵਈ ਮੁਖ ਕਮਲ ਵਾਂਗੂ ਫੁੱਲ ਵਾਂਗੂ ਖਿੜਿਆ ਹੋਇਆ ਹੈ ਵਿਸ਼ੇਸ਼ ਕਰਕੇ। ਸੁਨੋ ਪ੍ਰਭੂ ਕਿਆ ਕਰੋ ਬਖਾਨਾ, ਕਹਿੰਦਾ ਹੈ ਪਰਮੇਸ਼ਰ ਸਤਿਗੁਰੂ ਜੀ ਸੁਣੋ ਮੈਂ ਤੁਹਾਨੂੰ ਕੀ ਦੱਸਾਂ। ਕਬ ਹੂੰ ਨਾ ਦੇਖਾ ਇਹੋ ਅਸਥਾਨਾ, ਇਹੋ ਜਿਹਾ ਨਗਰ ਨਹੀਂ ਮੈਂ ਕਦੇ ਕੋਈ ਦੇਖਿਆ ਹੈ। ਸੁਣ ਤਿਉ ਬਿਗਸੇ ਦੀਨ ਨਿਵਾਜੂ, ਗਰੀਬਾਂ ਨੂੰ ਨਵਾਜਣ ਵਾਲੇ ਸੁਣ ਕੇ ਪ੍ਰਸੰਨ ਹੋਏ। ਭਲਾ ਭਇਆ ਤੁਮ ਖੁਸ਼ ਹੋ ਆਜੂ, ਮਹਾਰਾਜ ਕਹਿੰਦੇ ਬਹੁਤ ਚੰਗਾ ਹੋਇਆ ਵੀ ਅੱਜ ਭਾਈ ਮਰਦਾਨਿਆ ਬੜਾ ਖੁਸ਼ ਹੈ ਤੂੰ। ਭਇਓ ਤੋਰ ਮਨ ਭਾਵਤ ਸਭ ਹੀ, ਕਿਉਂਕਿ ਸਾਰਾ ਕੁਝ ਤੇਰੇ ਮਨ ਭਾਉਂਦਾ ਹੋ ਗਿਆ ਹੈ। ਬੈਸੋ ਗਾਹੋ ਸ਼ਬਦ ਕੋ ਅਬਹੀ, ਆਇਆ ਹੁਣ ਬੈਠ ਤੇ ਸ਼ਬਦ ਨੂੰ ਗਾ, ਬਾਣੀ ਗਾਈਏ ਬੈਠ। ਬੈਠ ਗਇਓ ਬੂਝਤ ਪੁਨ ਐਸੇ, ਇਹ ਬੈਠ ਗਿਆ ਤੇ ਮਹਾਰਾਜ ਨੂੰ ਪੁੱਛਦਾ ਹੈ ਇਹ ਪੁਰ ਕਰਮ ਕਰਤ ਨਰ ਕੈਸੇ, ਵੀ ਮਹਾਰਾਜ ਨਗਰ ਵਿੱਚ ਲੋਕ ਕੰਮ ਕਿਸ ਤਰ੍ਹਾਂ ਕਰਦੇ ਹਨ। ਸਰਬ ਅਮੂਲੇ ਸੁਖ ਜਿਨ ਪਾਸੂ, ਜਿਨ੍ਹਾਂ ਦੇ ਕੋਲੇ ਸਾਰੇ ਅਮੋਲਕ ਸੁਖ ਜਿਨ੍ਹਾਂ ਕੋਲ ਨੇ। ਜੋ ਨਿਸ ਬਾਸਰ ਕਰਤ ਵਿਲਾਸੂ, ਜੋ ਰਾਤ ਦਿਨ ਆਨੰਦ ਖੁਸ਼ੀਆਂ ਕਰਦੇ ਨੇ। ਸ੍ਰੀ ਨਾਨਕ ਕਹਿ ਸੁਨ ਮਰਦਾਨੇ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਸੁਣ। ਇਹਾਂ ਨਾ ਕੋ ਝੂਠ ਬਖਾਨੇ, ਭਾਈ ਇੱਥੇ ਕੋਈ ਝੂਠ ਨਹੀਂ ਬੋਲਦਾ ਹੈ। ਧਰਮ ਕਲਾ ਇਹ ਥਾਨ ਵਿਸਾਲਾ, ਇਹ ਜਿਹੜਾ ਮਹਾਨ ਸਥਾਨ ਹੈ ਨਾ ਇਹ ਧਰਮ ਦੀ ਕਲਾ ਕਰਕੇ, ਇੱਥੇ ਧਰਮੀ ਨੇ ਸਾਰੇ, ਧਰਮ ਦੀ ਸ਼ਕਤੀ ਕਰਕੇ ਹੈ। ਸਰਬ ਦੇਸ਼ ਤੇ ਪਾਪ ਨਿਕਾਲਾ, ਧਰਮ ਦੀ ਸ਼ਕਤੀ ਨਾਲ ਸਾਰੇ ਦੇਸ਼ ਵਿੱਚੋਂ ਪਾਪ ਕੱਢ ਦਿੱਤਾ ਹੈ। ਮਰਦਾਨੇ ਤਬ ਵਾਕ ਅਲਾਇਓ, ਭਾਈ ਮਰਦਾਨੇ ਨੇ ਬਚਨ ਕਿਹਾ ਅਚਰਜ ਹੀ ਇਹੋ ਪੁਰੀ ਦਿਖਾਇਓ। ਮਹਾਰਾਜ ਇਹ ਤਾਂ ਤੁਸੀਂ ਬੜੀ ਅਚਰਜ ਹੀ ਨਗਰੀ ਮੈਨੂੰ ਦਿਖਾ ਦਿੱਤੀ। ਗੁਰੂ ਕਹੈ ਅਚਰਜ ਕਰਤਾਰ, ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਅਚਰਜ ਤੇ ਕਰਤਾਰ ਹੈ। ਏਕ ਓੰਕਾਰ ਬੇਅੰਤ ਅਪਾਰ, ਜੋ ਇੱਕ ਓੰਕਾਰ ਹੈ, ਇੱਕ ਪ੍ਰਮਾਤਮਾ ਸਾਰਿਆਂ ਦਾ ਪ੍ਰਕਾਸ਼ਕ ਰੂਪ ਹੈ, ਬੇਅੰਤ ਹੈ, ਪਾਰਾਵਾਰ ਤੋਂ ਰਹਿਤ ਹੈ। ਕਲੀ ਕਾਲ ਮਹਿ ਇਹ ਸਮਰਾਜਾ, ਹਾਂ ਕਲਯੁਗ ਦੇ ਵਿੱਚ ਆ ਸਮੇਂ ਵਿੱਚ ਇਸ ਨਗਰ ਦਾ ਜਿਹੜਾ ਰਾਜਾ ਹੈ ਨਾ ਕਮਲ ਨੈਣ, ਇਹਦੇ ਵਰਗਾ ਰਾਜਾ ਦੂਸਰ ਔਰ ਨ ਕੋ ਸਾਜਾ, ਦੂਜਾ ਨਹੀਂ ਹੈ ਹੋਰ ਕੋਈ ਐਸਾ। ਭੂਪ ਸਪਤ 10 ਮਨ ਹੈ ਆਨ, ਇਹ ਜਿੰਨੇ 17 ਰਾਜੇ ਨੇ ਨਾ ਇਹਦੀ ਈਨ ਮੰਨਦੇ ਆ। ਤੇ ਦੇਖੋ ਮਹਾਰਾਜ ਨੇ ਖੇਡ ਵਰਤਾਤੀ ਸੀ ਸੁਦਰ ਸੈਨ ਤੇ 17 ਤੇਰੇ ਦੀਨ,
ਜਿੰਨੇ ਪਹਿਲਾਂ ਸਰਦਾਰਾਂ ਸੀ ਉਹ ਕਮਲ ਨੈਣ ਦੇ ਅਧੀਨ ਸੀ। ਮਹਾਰਾਜ ਜੀ ਕਹਿੰਦੇ ਕਮਲ ਨੈਣ ਵੀ ਤੇਰੇ ਅਧੀਨ ਹੋ ਜੂ, ਪਰ ਝੰਡੇ ਦਾ ਤੂੰ ਨਿਮਰਤਾ ਨਾਲ ਰਹਿਣਾ, ਝੰਡੇ ਦੇ ਬਰਾਬਰੀ ਨਾ ਕਰੀ। ਗੁਰੂ ਸਾਹਿਬ ਕਹਿੰਦੇ ਭੂਪ ਸਪਤ ਦਾਸੇ ਦੀ ਆਨ ਮੰਨਦੇ ਨੇ 17 ਰਾਜੇ। ਧਰਮਵੰਤ ਗੁਣਵਾਨ ਮਹਾਨ, ਇਹ ਬਹੁਤ ਧਰਮ ਵਾਲਾ ਹੈ, ਧਰਮਵਤੀ ਹੈ, ਗੁਣਵਾਨ ਬੜੇ ਮਹਾਨ ਗੁਣਾ ਵਾਲਾ ਹੈ। ਸੁਣ ਕਰ ਕਹਿਣ ਲੱਗਾ ਮਰਦਾਨਾ, ਸੁਣ ਕੇ ਫਿਰ ਭਾਈ ਮਰਦਾਨਾ ਕਹਿਣ ਲੱਗਿਆ ਇਹ ਠਾਂ ਰਹੋ ਕਰੋ ਗੁਜਰਾਨਾ। ਮਹਾਰਾਜ ਫਿਰ ਇੱਥੇ ਹੀ ਰਹੀਏ, ਇੱਥੇ ਹੀ ਗੁਜਰਾਨ ਕਰੀਏ ਆਪਾਂ। ਥਾਨ ਬਿਲੋਕੋ ਬੜ ਰਮਨੀਕਾ, ਇਉਂ ਕੋਈ ਚੰਗਾ ਮਹਾਰਾਜ ਥਾਂ ਜਿਹੜਾ ਰਮਣੀਕ ਜੀ ਆਪਾਂ ਇੱਥੇ ਜਗ੍ਹਾ ਵੇਖ ਲਈਏ। ਬਣਿਓ ਬਣਾਇਓ ਭੋਜਨ ਨੀਕਾ, ਕਹਿੰਦੇ ਇੱਥੇ ਤਾਂ ਮੌਜਾਂ, ਬਣਿਆ ਬਣਾਇਆ ਚੰਗਾ ਭੋਜਨ ਆਉਂਦਾ ਹੈ, ਛਕਿਆ ਕਰਾਂਗੇ, ਰੱਬ ਦੇ ਗੁਣ ਗਾਵਾਂਗੇ। ਆਪਾਂ ਫਿਰ ਕਾਹਨੂੰ ਤੁਰੇ ਫਿਰਦੇ ਆਂ, ਇਦੋਂ ਵਧੀਆ ਕੀ ਗੱਲ। ਸ੍ਰੀ ਗੁਰ ਕਹੈ ਨਾ ਹਮ ਕਰ ਮਾਹੀ, ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਮਰਦਾਨਿਆ ਇਹ ਮੇਰੇ ਹੱਥ ਵਿੱਚ ਨਹੀਂ। ਜਹ ਕਰਤਾਰ ਲਜਾਵੈ ਜਾਹੀ, ਜਿੱਥੇ ਕਰਤਾਰ ਲੈ ਜਾਊਗਾ ਮਰਦਾਨਿਆ ਉੱਥੇ ਆਪਾਂ ਚਲੇ ਜਾਣਾ ਹੈ। ਅਸ ਕਹਿ ਤੂਸਨ ਭੇ ਜਗ ਸਾਈ, ਇਸ ਤਰ੍ਹਾਂ ਕਹਿ ਕੇ ਜਗਤ ਮਾਲਕ ਚੁੱਪ ਕਰ ਗਏ। ਜਿਨ ਕੇ ਦਰਸ਼ਨ ਕਲਖ ਨਸਾਈ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਪਾਪ ਨਸ ਜਾਂਦੇ ਹਨ। ਸਪਤ ਦਿਵਸ ਬੈਠੇ ਤਹਿ ਬੀਤੇ, ਇੱਥੇ ਹੁਣ 7 ਦਿਨ ਬੈਠਿਆਂ ਨੂੰ ਬੀਤ ਗਏ। ਨਾਮ ਲਏ ਜਿਨ ਜਮ ਭੈ ਪੀਤੇ, ਜਿਨ੍ਹਾਂ ਦਾ ਨਾਮ ਲਿਆ ਜਮ ਵੀ ਭੈ ਭੀਤ ਹੋ ਜਾਂਦੇ। ਐਸੇ ਧੰਨ ਗੁਰੂ ਨਾਨਕ ਦੇਵ ਜੀ। ਦੋਨੋਂ ਕਾਲ ਜਾਏ ਮਰਦਾਨਾ, ਭਾਈ ਮਰਦਾਨਾ ਸਵੇਰੇ ਸ਼ਾਮ ਦੋਨੋਂ ਸਮੇਂ ਜਾਂਦਾ ਹੈ। ਪੁਰ ਮਹਿ ਭੋਜਨ ਖਾਏ ਸੁਜਾਨਾ, ਤੇ ਨਗਰ ਵਿੱਚ ਜਾ ਕੇ ਭਾਈ ਐਸਾ ਸਿਆਣਾ ਭਾਈ ਮਰਦਾਨਾ ਪਾਣੀ ਛਕਦਾ ਹੈ। ਧਰਮ ਸਿੰਘ ਮਿਲਿਓ ਇੱਕ ਦਿਨ ਤਬ, ਇਹਨੂੰ ਇੱਕ ਦਿਨ ਉਹ ਧਰਮ ਸਿੰਘ ਫੇਰ ਮਿਲ ਗਿਆ ਹੈ। ਬੂਝਤ ਭਾ ਸੰਗੀ ਜੋ ਤਉ ਬਿਬ, ਪੁੱਛਦਾ ਹੈ ਜੋ ਤੇਰੇ ਸੰਗੀ ਹਨ, ਤੂੰ ਕਹਿੰਦਾ ਅਸੀਂ ਭਾਈ ਮਰਦਾਨੇ 2 ਜਾਣੇ ਹੋਰ ਹੈ। ਨਗਰ ਵਿਖੇ ਦੇਖੇ ਕਬ ਨਾਹੀ, ਉਹ ਕਦੇ ਨਗਰ ਵਿੱਚ ਨਹੀਂ ਵੇਖੇ ਹਨ। ਕਹਤੇ ਲੈ ਭੋਜਨ ਸੋ ਖਾਹੀ, ਉਹ ਭੋਜਨ ਕਿੱਥੋਂ ਲੈ ਕੇ ਛਕਦੇ ਹਨ। ਹੈ ਸੰਤੋਖੀ ਸੋ ਨਹਿ ਆਵੇ, ਭਾਈ ਮਰਦਾਨਾ ਕਹਿੰਦਾ ਵੀ ਉਹ ਨਹੀਂ ਆਉਂਦੇ, ਉਹ ਸੰਤੋਖੀ ਹੈ, ਪੌਣ ਹਾਰੀ ਹੈ, ਉਹ ਤਾਂ ਆਉਂਦੇ ਨਹੀਂ। ਭਾਉ ਸੰਗ ਜੇ ਭਾਉ ਸੰਗ ਲੈ ਜਾਹੇ ਤਾਂ ਖਾਵੇ, ਹਾਂ ਜੇ ਕੋਈ ਬਹੁਤ ਪ੍ਰੇਮ ਭਾਵਨਾ ਨਾਲ ਲੈ ਜਾਵੇ ਫਿਰ ਉਹ ਛਕ ਵੀ ਲੈਂਦੇ। ਯੋ ਨਾ ਖਾਏ ਰਹੇ ਪੌਣ ਹਾਰੀ, ਵਰਨਾ ਉਹ ਨਹੀਂ ਛਕਦੇ ਹਨ, ਪੌਣ ਹਾਰੀ ਰਹਿੰਦੇ ਨੇ। ਬੈਠੇ ਹੈ ਅਬ ਬਾਗ ਮਝਾਰੀ, ਉਹ ਹੁਣ ਬਾਗ ਦੇ ਵਿੱਚ ਬੈਠੇ ਹਨ। ਸੁਧਰ ਸੈਨ ਜਿਨ ਬੜ ਪਦ ਦੀਨੋ, ਇਹ ਉਹ ਗੁਰੂ ਨਾਨਕ ਨਿਰੰਕਾਰੀ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਰਾਜੇ ਸੁਧਰ ਸੈਨ ਨੂੰ ਬਹੁਤ ਵੱਡੀ ਪਦਵੀ ਬਖਸ਼ੀ ਹੈ। ਸਭ ਭੂਪਤ ਤੇ ਵੱਡੋ ਸੋ ਕੀਨੋ, ਉਹ ਸਾਰੇ ਰਾਜਿਆਂ ਨਾਲੋਂ ਹੁਣ ਉਸ ਨੂੰ ਮਹਾਰਾਜ ਨੇ ਵੱਡਾ ਕਰ ਦਿੱਤਾ ਹੈ। ਮਰਦਾਨਾ ਤੇ ਸੁਣ ਕਰ ਬੈਨ, ਭਾਈ ਮਰਦਾਨੇ ਤੋਂ ਇਹ ਬਚਨ ਸੁਣ ਕੇ ਭਾ ਅਚਰਜ ਮਨ ਤੇ ਗਇਓ ਚੈਨ, ਉਹ ਧਰਮ ਸਿੰਘ ਅਚਰਜ ਹੋ ਗਿਆ, ਉਹਦੇ ਮਨ ਚੋਂ ਚੈਨ ਜਿਹਾ ਚਲਿਆ ਗਿਆ। ਸਾਡਾ ਰਾਜਾ ਕਮਲ ਨੈਣ ਮੁਖੀ ਸੀ, ਮਹਾਰਾਜ ਸੁਧਰ ਸੈਨ ਨੂੰ ਵੱਡੀ ਪਦਵੀ ਬਖਸ਼ਿਸ਼ ਕਰਿਆ। ਇਹ ਹੇਰੇ ਰਾਜ ਜਿਹੜਾ ਹੈ ਧਰਮ ਸਿੰਘ ਕਮਲ ਨੈਣ ਕੋਲ ਗਿਆ ਹੈ, ਸਤਿਗੁਰੂ ਦੇ ਚਰਨਾਂ 'ਚੋਂ ਪਹੁੰਚੇ ਆ। ਇਹ ਕਥਾ ਆਪਾਂ ਕੱਲ ਦੇ ਸਮੇਂ ਸਰਵਣ ਕਰਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।